ਧਰਮ ਕਹੋ ਕੈਸੇ ਨਿਰਾ। ਸੁਨ ਸੁਨ ਜੀਵਾ ਸੋਏ ਤੁਮਾਰੀ। ਮੋਹਿ ਨਿਰਗੁਣ ਕੋ ਲਿਹੋ ਉਦਾਰੀ। ਰਹਾਉ ਮਿਟ ਗਿਆ ਦੁਖ ਬਿਸਾਰੀ ਚਿੰਤਾ। ਫਲ ਪਾਇਆ ਜਪ ਸਤਿਗੁਰ ਮੰਤਾ। ਸੋਈ ਸਤ ਸਤ ਹੈ ਸੋਏ। ਸਿਮਰ ਸਿਮਰ ਰਖ ਕੰਠ ਪਰੋਏ। ਕਹੋ ਨਾਨਕ ਕੌਣ ਉਹ ਕਰਮਾ। ਜਾ ਕੈ ਮਨ ਵਸਿਆ ਹਰਿ ਨਾਮਾ। ਕਹੋ ਨਾਨਕ ਕੌਣ ਉਹ ਕਰਮਾ। ਜਾ ਕੈ ਮਨ ਵਸਿਆ ਹਰਿ ਨਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਿਆ ਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਤਰੀਏ ਗੁਰ ਵਿਚਾਰ ਜੋ ਲੜੀ ਚੱਲ ਰਹੀ ਹੈ ਦੇ ਅਧੀਨ ਆਪਾਂ ਸਰਵਣ ਕੀਤਾ। 388 ਅੰਗ ਤੇ ਪਾਵਨ ਪਵਿੱਤਰ ਸੁਭਾਈਮਾਨ ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਹੈ। ਮਹਾਰਾਜ ਜੀ ਕਹਿੰਦੇ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ, ਮਹਾਰਾਜ ਜੀ ਤੇਰੀ ਸ਼ੋਭਾ ਸੁਣ ਸੁਣ ਕੇ ਮੈਂ ਤੇਰੇ ਤੋਂ ਬਹੁਤ ਬਲਿਹਾਰ ਜਾਂਦਾ ਹਾਂ ਕਿ ਤੂੰ ਇੰਨੇ ਨਿਮਾਣੇ ਬੰਦਿਆਂ ਨੂੰ ਵੀ, ਜਿਨ੍ਹਾਂ ਦਾ ਸੰਸਾਰ ਦੇ ਵਿੱਚ ਕੋਈ ਮਾਣ ਸਤਿਕਾਰ ਨਹੀਂ ਹੁੰਦਾ, ਉਹਨਾਂ ਨੂੰ ਵੀ ਇੰਨਾ ਜ਼ਿਆਦਾ ਪਿਆਰ ਕਰਦਾ ਹੈ ਜਿਨ੍ਹਾਂ ਦੀ ਸੰਸਾਰ ਦੇ ਵਿੱਚ ਕੋਈ ਇੱਜ਼ਤ ਨਹੀਂ ਹੁੰਦੀ, ਜਾਂ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਕੋਈ ਆਪਣੇ ਕੋਲ ਬੈਠਣ ਨਹੀਂ ਦਿੰਦਾ। ਕਿ ਮਹਾਰਾਜ ਤੁਸੀਂ ਉਹਨਾਂ ਮਨੁੱਖਾਂ ਨਾਲ ਵੀ ਇੰਨਾ ਜ਼ਿਆਦਾ ਮੋਹ ਕਰਦੇ ਹੋ, ਇੰਨਾ ਪਿਆਰ ਕਰਦੇ ਹੋ। ਇਹ ਸ਼ੋਭਾ ਸੁਣ ਸੁਣ ਕੇ ਨਾ ਮੇਰਾ ਜੀਅ ਕਰਦਾ ਹੈ ਕਿ ਮੈਂ ਤੁਹਾਡੇ ਦਰਸ਼ਨ ਪਰਸਾਂ, ਤੁਹਾਡਾ ਨਾਮ ਜਪਾਂ। ਸੁਣ ਸੁਣ ਜੀਵਾਂ ਸੋਏ ਤੁਮਾਰੀ। ਸੋਏ ਦਾ ਅਰਥ ਹੁੰਦਾ ਜੀ ਸ਼ੋਭਾ। ਮੋਹਿ ਨਿਰਗੁਣ ਕੋ ਲਿਹੋ ਉਧਾਰੀ। ਕਹਿੰਦੇ ਮੇਰੇ ਵਰਗੇ ਨਿਰਗੁਣ, ਜਿਹਦੇ ਕੋਲ ਗੁਣ ਕੋਈ ਨਾ ਹੋਵੇ, ਉਹਨੂੰ ਕਿਹਾ ਜਾਂਦਾ ਜੀ ਨਿਰਗੁਣ। ਤੇ ਮੇਰੇ ਵਰਗੇ ਨਿਰਗੁਣ ਬੰਦੇ ਨੂੰ ਵੀ ਤੁਸੀਂ ਆਪਣੇ ਨਾਲ ਜੋੜ ਕੇ ਇਸ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਕਿ ਮੈਂ ਤਾਂ ਤੁਹਾਡੀ ਸ਼ੋਭਾ ਸੁਣ ਕੇ ਹੈਰਾਨ ਹਾਂ ਕਿ ਤੁਸੀਂ ਇਹ ਮੇਰੇ ਵਰਗੇ ਇਨਸਾਨ ਨੂੰ, ਜਿਹਦੇ ਕੋਲ ਗੁਣ ਕੋਈ ਨਹੀਂ ਹੈ, ਉਹਦੇ ਉੱਪਰ ਵੀ ਇੰਨਾ ਵੱਡਾ ਉਪਕਾਰ ਕੀਤਾ ਹੈ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਭਗਤ ਰਵਿਦਾਸ ਜੀ ਦਾ ਪਵਿੱਤਰ ਸ਼ਬਦ ਹੈ। ਉਹ ਕਹਿੰਦੇ ਮਹਾਰਾਜ ਜੀ ਲੋਕੀ ਨਾ ਮੇਰੇ ਤੋਂ ਬਹੁਤ ਘਿਰਣਾ ਕਰਦੇ ਸਨ ਕਿ ਮੈਂ ਚਮੜੇ ਦਾ ਕੰਮ ਕਰਦਾ ਸੀ। ਚਮੜੇ ਦਾ ਕੰਮ ਕਰਨ ਕਰਕੇ ਲੋਕਾਂ ਨੇ ਆਖਿਆ ਵੀ ਇਹਦੀ ਜਾਤੀ ਜਿਹੜੀ ਹੈ ਉਹ ਨੀਵੀਂ ਹੈ, ਨੀਵੀਂ ਜਾਤ ਵਾਲਾ ਹੈ। ਤੇ ਲੋਕੀ ਮੈਨੂੰ ਆਪਣੇ ਕੋਲ ਬੈਠਣ ਨਹੀਂ ਦਿੰਦੇ ਸਨ। ਮੇਰਾ ਪਰਛਾਵਾਂ ਵੀ ਜੇ ਕਿਤੇ ਉੱਤੇ ਪੈ ਜਾਂਦਾ ਸੀ ਤੇ ਉਹ ਕਹਿੰਦਾ ਸੀ ਮੈਂ ਤਾਂ ਭ੍ਰਿਸ਼ਟ ਹੋ ਗਿਆ ਹਾਂ, ਮੈਂ ਇਹਦੇ ਕੋਲ ਬੈਠਣ ਦੇ ਨਾਲ ਮੇਰਾ ਜੀਵਨ ਵਿਅਰਥ ਚਲਾ ਗਿਆ। ਪਰ ਤੁਸੀਂ ਬਹੁਤ ਅਪਾਰ ਕਿਰਪਾ ਕੀਤੀ ਹੈ, ਤੁਸੀਂ ਮੇਰੇ ਵਰਗੇ ਨੂੰ ਵੀ ਇੰਨਾ ਪਿਆਰ ਕਰ ਲੈਂਦੇ ਹੋ, ਮੇਰੇ ਵਰਗੇ ਨੂੰ ਵੀ ਇੰਨੀ ਪ੍ਰੀਤ ਕਰਦੇ ਹੋ, ਮੈਂ ਕਦੀ ਸੋਚਿਆ ਨਹੀਂ। ਭਗਤ ਰਵਿਦਾਸ ਜੀ ਕਹਿੰਦੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੇ। ਹੇ ਮਹਾਰਾਜ ਜੀ ਇਹੋ ਜਿਹੀ ਪ੍ਰੀਤ ਤੇਰੇ ਤੋਂ ਬਿਨਾਂ ਕੋਈ ਕਰ ਨਹੀਂ ਸਕਦਾ। ਕਿ ਜਿਹੜਾ ਬੰਦਾ ਜਿਹਦੇ ਤੋਂ ਸਾਰਾ ਸੰਸਾਰ ਘਿਰਣਾ ਕਰਦਾ ਹੋਵੇ, ਘਿਰਣਾ ਸਮਝਦੇ ਨਫ਼ਰਤ ਕਰਨੀ, ਨਫ਼ਰਤ ਕਰਦਾ ਹੋਵੇ ਜਿਹਦੇ ਨਾਲ, ਉਹਦੇ ਨਾਲ ਰੱਬ ਪਿਆਰ ਕਿਵੇਂ ਕਰ ਸਕਦਾ? ਕਿਉਂਕਿ ਰੱਬ ਤਾਂ ਬਹੁਤ ਉੱਚਾ ਹੈ, ਬਹੁਤ ਸੁੱਚਾ ਹੈ, ਬਹੁਤ ਸਾਰੇ ਸੰਸਾਰ ਦਾ ਮਾਲਕ ਹੈ ਤੇ ਬੜੀ ਚੜ੍ਹਦੀ ਕਲਾ ਵਾਲਾ ਰੱਬ ਹੈ। ਤੇ ਉਹ ਰੱਬ ਇੱਕ ਨਿਮਾਣੇ ਜਿਹੇ ਬੰਦੇ ਵਾਸਤੇ ਇੰਨਾ ਪਿਆਰ ਕਿਵੇਂ ਜ਼ਾਹਿਰ ਕਰ ਸਕਦਾ ਹੈ? ਇੰਨਾ ਪਿਆਰ ਕਿਵੇਂ
ਆਕੇ ਦੇ ਸਕਦਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਤੇਰੇ ਤੋਂ ਬਿਨਾ ਇਹੋ ਜਿਹਾ ਕੋਈ ਕਰ ਨਹੀਂ ਸਕਦਾ। ਗਰੀਬ ਨਿਵਾਜ ਗਸਈਆਂ ਮੇਰਾ, ਮਾਥੇ ਛਤਰ ਤਰੇ। ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲਾ ਰੱਬ ਮੱਥੇ ਦੇ ਉੱਪਰ ਛਤਰ ਚਲਾ ਦਿੱਤਾ। ਜਾ ਕੀ ਛੋਤ ਜਗਤ ਕੋ ਲਾਗੇ, ਕਹਿੰਦੇ ਜਿਹਦੇ ਪਰਛਾਵਾਂ ਪੈਣ ਤੋਂ ਵੀ ਲੋਕੀ ਡਰਦੇ ਸਨ। ਜਾ ਕੀ ਛੋਤ ਜਗਤ ਕੋ ਲਾਗੇ, ਲੋਕੀ ਮੇਰੇ ਬਹਿਣ ਤੋਂ ਡਰਦੇ ਸਨ ਵੀ ਇਹਦੇ ਨੇੜੇ ਬੈਠ ਗਏ ਤੇ ਚਮੜੇ ਦਾ ਕੰਮ ਕਰਦਾ ਹੈ, ਨੀਵਾਂ ਕੰਮ ਕਰਦਾ ਹੈ, ਨੀਵੀਂ ਜਾਤ ਵਾਲਾ ਹੈ। ਇਸ ਕਰਕੇ ਇਹਦੇ ਕੋਲ ਬੈਠਣ ਦੇ ਨਾਲ ਸਾਡਾ ਜਨਮ ਭ੍ਰਿਸ਼ਟ ਹੋ ਜਾਏਗਾ, ਅਸੀਂ ਪਿੱਟੇ ਜਾਵਾਂਗੇ। ਜਾ ਕੀ ਛੋਤ ਜਗਤ ਕੋ ਲਾਗੇ, ਤਾਂ ਪਰ ਤੁਹੀਂ ਢਰੇ, ਉਹਦੇ ਉੱਪਰ ਤੁਸੀਂ ਕਿਰਪਾ ਕਰ ਦਿੱਤੀ। ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਕਹਿੰਦੇ ਰੱਬ ਜਿਹੜਾ ਨਾ ਉਹ ਇਹੋ ਜਿਹਾ ਹੈ ਕਿ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ। ਉਹ ਤਾਂ ਇਹ ਵੇਖਦਾ ਹੈ ਕਿ ਭਾਵਨੀ ਭਗਤ ਪਾਏ, ਕੌਡੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਹਿੰਦੇ ਕਿ ਰੱਬ ਇਹ ਨਹੀਂ ਵੇਖਦਾ ਕਿ ਬੰਦੇ ਨੇ ਦਾਨ ਕਿੰਨਾ ਵੱਡਾ ਕੀਤਾ, ਬੰਦਾ ਕਿੰਨਾ ਵੱਡਾ ਅਮੀਰ ਹੈ। ਰੱਬ ਵੇਖਦਾ ਕਿ ਇਹਦੇ ਅੰਦਰ ਭਾਵਨਾ ਕਿੰਨੀ ਕੁ ਹੈ, ਇਹਦੇ ਅੰਦਰ ਸ਼ਰਧਾ ਕਿੰਨੀ ਕੁ ਹੈ, ਇਹਦੇ ਅੰਦਰ ਪਿਆਰ ਕਿੰਨਾ ਕੁ ਹੈ। ਮਹਾਰਾਜ ਜੀ ਕਹਿੰਦੇ ਭਾਵਨੀ ਭਗਤ ਭਾਏ, ਕੌਡੀ ਅਗਰ ਭਾਗ ਰੱਖੇ, ਤੁਸੀਂ ਕੌਡੀ ਵੀ ਰੱਬ ਅੱਗੇ ਭੇਟ ਕਰ ਦਿਓਗੇ ਨਾ, ਸਭ ਤੋਂ ਛੋਟੀ ਕੀਮਤ ਰੱਬ ਨੂੰ ਉਹ ਵੀ ਪ੍ਰਵਾਨ ਹੈ, ਪਰ ਅੰਦਰ ਭਾਵਨਾ ਹੋਵੇ। ਤਾਹੇ ਗੁਰ ਸਰਬ ਨਿਧਾਨ ਦਾਨ ਦੇ, ਤੇ ਮਹਾਰਾਜ ਨੂੰ ਸਰਬ ਖਜ਼ਾਨੇ ਬਖਸ਼ਿਸ਼ ਕਰ ਦਿੰਦੇ ਨੇ, ਸਾਰੀ ਦੁਨੀਆ ਦੇ ਭੰਡਾਰ ਬਖਸ਼ਿਸ਼ ਕਰ ਦਿੰਦੇ ਹਨ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਰੱਬ ਜੀ ਮੈਂ ਹੈਰਾਨ ਹਾਂ ਕਿ ਮੋਹੇ ਨਿਰਗੁਣ ਘੋਲੀ ਹੋ ਉਦਾਰੀ, ਮੇਰੇ ਵਰਗੇ ਨਿਰਗੁਣ ਬੰਦੇ ਨੂੰ ਵੀ ਤੁਸੀਂ ਕਿਰਪਾ ਕਰਕੇ ਇਸ ਭਵਜਲ ਸੰਸਾਰ ਤੋਂ ਬਚਾ ਲਿਆ ਹੈ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨਿਰਗੁਣ ਕਿਉਂ ਨੇ? ਉਹ ਤਾਂ ਬਚਪਨ ਤੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਦੋਹਤਾ ਬਾਣੀ ਕਾ ਬੋਹਿਤਾ, ਕਿਉਂਕਿ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬੇਟੀ ਹੈ ਬੀਬੀ ਭਾਨੀ, ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਭਾਈ ਜੇਠਾ ਜੀ ਦੇ ਨਾਲ ਵਿਆਹੀ ਹੋਈ ਹੈ, ਤੇ ਗੁਰੂ ਰਾਮਦਾਸ ਜੀਆਂ ਦੇ ਪੁੱਤਰ ਹਨ ਗੁਰੂ ਅਰਜਨ ਸਾਹਿਬ ਜੀ। ਸੋ ਇਸ ਕਰਕੇ ਦੋਹਤਾ ਇਸ ਕਰਕੇ ਕਿਹਾ ਕਿ ਦੋਹਤਾ ਬਾਣੀ ਕਾ ਬੋਹਿਤਾ। ਸਭ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਬਹੁਤ ਹੈ, ਤੇ ਸਭ ਤੋਂ ਵੱਧ ਉਹਨਾਂ ਨੇ ਸਾਨੂੰ ਇਹ ਬੰਦੇ ਨੂੰ ਆਖਿਆ ਕਿ ਤੂੰ ਸਮਝਦਾ ਹੈ ਰੱਬ ਤੈਨੂੰ ਪਿਆਰ ਨਹੀਂ ਕਰਦਾ, ਰੱਬ ਤੈਨੂੰ ਬਹੁਤ ਪਿਆਰ ਕਰਦਾ ਹੈ, ਪਰ ਤੂੰ ਪਰਮਾਤਮਾ ਨਾਲ ਪਿਆਰ ਨਹੀਂ ਕਰਦਾ ਹੈ। ਪਰਮਾਤਮਾ ਤੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹੈ। ਕਿੰਨਾ ਕੁ ਜ਼ਿਆਦਾ ਪਿਆਰ ਕਰਦਾ ਹੈ ਰੱਬ? ਪਿਆਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਿਰਫ ਵਿਖਾਵਾ ਕਰਨਾ, ਕਿ ਜਿਵੇਂ ਆਪਾਂ ਕਹਿ ਦਿੰਦੇ ਹੁੰਦੇ ਵੀ ਪਰਵਾਹ ਨਾ ਕਰ, ਤੇਰੇ ਨਾਲ ਅਸੀਂ ਖੜੇ ਹਾਂ, ਪਰ ਜਦੋਂ ਮੌਕਾ ਆਉਂਦਾ ਫਿਰ ਅਸੀਂ ਭੱਜ ਜਾਂਦੇ ਹੁੰਦੇ। ਪਰ ਜਿਹੜਾ ਰੱਬ ਹੈ ਉਹ ਪਰਵਾਹ ਕਰਦਾ ਹੈ, ਉਹ ਸੁਣਾਉਂਦਾ ਨਹੀਂ ਹੈ, ਉਹ ਕਰਕੇ ਵਿਖਾਉਂਦਾ ਹੈ। ਕਿੱਦਾਂ ਕਰਕੇ ਵਿਖਾਉਂਦਾ ਹੈ? ਗੁਰਬਾਣੀ ਕਹਿੰਦੀ ਹੈ ਰਮਈਆ ਕੇ ਗੁਣ ਚੇਤ ਪ੍ਰਾਨੀ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਬੰਦਿਆ ਰੱਬ ਦੇ ਗੁਣ ਨਾ ਚੇਤੇ ਕਰਨੇ ਸ਼ੁਰੂ ਕਰ ਦੇ, ਵੀ ਕਿਹੜੇ ਕਿਹੜੇ ਰੱਬ ਨੇ ਮੇਰੇ ਉੱਤੇ ਗੁਣ ਕੀਤੇ ਨੇ ਤੇ ਮੈਂ ਕਿੰਨਾ ਔਗਣ ਭਰਿਆ ਸੀਗਾ, ਕਿੰਨੇ ਗੁਣ ਕੀਤੇ ਨੇ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਕਿਹੜੀ ਛੋਟੀ ਜੀ ਬੂੰਦ ਤੋਂ ਤੇਰਾ ਇੰਨਾ ਵੱਡਾ ਸਰੀਰ ਸਿਰਜ ਦਿੱਤਾ ਰੱਬ ਨੇ। ਇੱਥੋਂ ਸ਼ੁਰੂਆਤ ਹੋਈ। ਉਸ ਤੋਂ ਬਾਅਦ ਕਹਿੰਦੇ ਨੇ ਤੇਰਾ ਸੰਸਾਰ ਦੇ ਵਿੱਚ ਜਨਮ ਹੋਇਆ ਤੇ ਤੇਰੇ ਕੋਲ ਦੰਦ ਨਹੀਂ ਸਨ। ਹੁਣ ਦੰਦ ਨਾ ਹੋਣ ਕਰਕੇ ਤੂੰ ਭੋਜਨ ਚਬਾ ਕੇ ਨਹੀਂ ਖਾ ਸਕਦਾ ਸੀ, ਕਿਉਂਕਿ ਤੈਨੂੰ ਪਤਾ ਨਹੀਂ ਸੀਗਾ ਕਿਵੇਂ ਖਾਣਾ। ਇਸ ਕਰਕੇ ਸਖਤ ਭੋਜਨ ਤੂੰ ਖਾ ਨਹੀਂ ਸਕਦਾ ਸੀ, ਸਿਰਫ ਪੀ ਹੀ ਸਕਦਾ ਸੀ। ਤੇ ਉਸ ਸਮੇਂ ਰੱਬ ਜੀ ਨੇ ਸਾਡੇ ਨਾਲ ਵਿਖਾਵੇ ਦਾ ਪਿਆਰ ਨਹੀਂ ਕੀਤਾ, ਸੱਚੀ ਮੁੱਚੀ ਸਾਨੂੰ ਮਾਤਾ ਦਾ ਦੁੱਧ ਜਿਹੜਾ ਨਾ ਉਹ ਸਾਨੂੰ ਰੱਬ ਜੀ ਨੇ ਪਿਆਰ ਰੂਪ ਦੇ ਵਿੱਚ ਪਰੋਸ ਕੇ ਦਿੱਤਾ। ਬਾਲ ਵਿਵਸਥਾ ਤੁਝੇ ਪਿਆਰੇ ਦੂਧ। ਜਦੋਂ ਤੂੰ ਬੱਚਾ ਸੀ ਤੇ ਬਾਲ ਅਵਸਥਾ ਦੇ ਵਿੱਚ ਰੱਬ ਜੀ ਨੇ ਤੈਨੂੰ ਮਾਤਾ ਦਾ ਦੁੱਧ ਦੇ ਦਿੱਤਾ। ਫਿਰ ਥੋੜ੍ਹਾ ਜਿਹਾ ਤੂੰ ਵੱਡਾ ਹੋਇਆ, ਦੰਦ ਨਿਕਲ ਆਏ। ਭਰ ਜੋਬਨ ਭੋਜਨ ਸੁੱਖ ਸੂਧ। ਭਰ ਜੋਬਨ ਦੇ ਵਿੱਚ ਆਇਆ ਭੋਜਨ, ਸੁੱਖ ਸਹੂਲਤਾਂ ਮਿਲੀਆਂ। ਅਜੇ ਵੀ ਅਸੀਂ ਆਖਾਂਗੇ ਰੱਬ ਸਾਡੇ ਨਾਲ ਪਿਆਰ ਨਹੀਂ ਕਰਦਾ ਹੈ। ਬਿਰਧ ਪਿਆ ਉੱਪਰ ਸਾਕ ਸੈਣ। ਰੱਬ ਜੀ ਨੂੰ ਕਿੰਨਾ ਫਿਕਰ ਹੈ, ਉਹਨੂੰ ਇਹ ਪਤਾ ਵੀ ਇਹ ਜੇ ਜਵਾਨ ਹੈ ਤੇ ਇਹਨੇ ਬਜ਼ੁਰਗ ਵੀ ਹੋਣਾ ਹੈ। ਹੁਣ ਬਜ਼ੁਰਗ ਹੋਣ ਤੋਂ ਬਾਅਦ ਸਾਡੇ ਹੱਡ ਪੈਰ ਜਿਹੜੇ ਨੇ ਉਹ ਕੰਮ ਨਹੀਂ ਕਰਦੇ ਹਨ। ਅਸੀਂ
ਜਿੰਨੀ ਮਿਹਨਤ ਜਵਾਨੀ ਵਿੱਚ ਕਰ ਸਕਦੇ ਹਾਂ ਉਨੀ ਮਸ਼ੱਕਤ ਅਸੀਂ ਬੁਢੇਪੇ ਵਿੱਚ ਨਹੀਂ ਕਰ ਸਕਦੇ, ਬਿਰਧ ਅਵਸਥਾ ਵਿੱਚ ਨਹੀਂ ਕਰ ਸਕਦੇ। ਇਸ ਕਰਕੇ ਰੱਬ ਜੀ ਨੂੰ ਫੇਰ ਫਿਕਰ ਪੈ ਗਿਆ। ਰੱਬ ਜੀ ਨੇ ਫੇਰ ਸਾਡੇ ਨਾਲ ਪਿਆਰ ਦਾ ਵਰਤਾਵ ਕੀਤਾ। ਉਹਨੇ ਸਾਨੂੰ ਧੀਆਂ ਪੁੱਤਰ ਦੇ ਦਿੱਤੇ ਤਾਂ ਕਿ ਇਹ ਬਜ਼ੁਰਗ ਹੋ ਜਾਵੇ, ਬੱਚੇ ਜਵਾਨ ਹੋਣਗੇ, ਇਹ ਬਜ਼ੁਰਗ ਦਾ ਸਤਿਕਾਰ ਵੀ ਕਰਨਗੇ ਕਿਉਂਕਿ ਉਹਦਾ ਮਾਂ ਪਿਓ ਬਣ ਜਾਏਗਾ, ਇਹ ਬੱਚਿਆਂ ਦਾ ਸਤਿਕਾਰ ਵੀ ਕਰਨਗੇ ਅਤੇ ਨਾਲੇ ਇਹਨੂੰ ਪਿਆਰ ਵੀ ਕਰਨਗੇ, ਨਾਲੇ ਉਹ ਕਮਾ ਕੇ ਲਿਆਉਣਗੇ ਅਤੇ ਇਹਨੂੰ ਬੈਠੇ ਨੂੰ ਇਹਨੇ ਸਿਰਫ ਆਵਾਜ਼ ਹੀ ਮਾਰਨੀ ਕਿ ਪੁੱਤਰ ਮੈਨੂੰ ਪਾਣੀ ਚਾਹੀਦਾ ਹੈ, ਮੈਨੂੰ ਭੋਜਨ ਚਾਹੀਦਾ ਹੈ, ਅਤੇ ਇਹਨੂੰ ਬੈਠੇ ਨੂੰ ਭੋਜਨ ਜਿਹੜਾ ਹੈ ਉਹ ਮਿਲ ਜਾਵੇ। ਕਹਿੰਦੇ ਨੇ ਕਿ ਬਿਰਧ ਪਿਆ ਉੱਪਰ ਸਾਕ ਸੈਣ, ਜਦੋਂ ਤੂੰ ਬਜ਼ੁਰਗ ਹੋ ਗਿਆ ਉੱਪਰ ਤੇਰੇ ਭਾਵ ਕੇ ਸਾਕ ਸੈਣ, ਸਾਕ ਸੰਬੰਧੀ ਧੀਆਂ ਪੁੱਤਰ ਦੇ ਦਿੱਤੇ ਰੱਬ ਜੀ ਨੇ। ਤੇ ਮਹਾਰਾਜ ਜੀ ਕਹਿੰਦੇ ਨੇ ਬਿਰਧ ਪਿਆਓ ਉੱਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੇਣ, ਖਾਣ ਪੀਣ ਨੂੰ ਬੈਠੇ ਨੂੰ ਮਿਲਿਆ। ਆਵਾਜ਼ ਮਾਰਦੇ ਆ ਨਾ ਪੁੱਤਰਾਂ ਨੂੰ, ਧੀਆਂ ਨੂੰ, ਬੜੇ ਚਾਅ ਨਾਲ ਲੈ ਕੇ ਆਉਂਦੇ ਨਿੱਕੇ ਨਿੱਕੇ ਹੱਥਾਂ ਨਾਲ ਪਾਣੀ ਸਾਡੇ ਲਈ, ਬਾਰ-ਬਾਰ ਪੁੱਛਣਗੇ ਬਾਪੂ ਪਾਣੀ ਪੀਣਾ, ਬਾਪੂ ਰੋਟੀ ਖਾਣੀ ਹੈ। ਬਿਰਧ ਪਿਆਓ ਉੱਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੇਣ। ਪਰ ਗੁਰਬਾਣੀ ਕਹਿੰਦੀ ਹੈ ਇਹਨੂੰ, ਇਹ ਅਜੇ ਵੀ ਕਹੀ ਜਾਂਦਾ ਮੈਨੂੰ ਰੱਬ ਪਿਆਰ ਨਹੀਂ ਕਰਦਾ, ਪਰਮਾਤਮਾ ਮੈਨੂੰ ਪਿਆਰ ਨਹੀਂ ਕਰਦਾ, ਇਹ ਨਿਰਗੁਣ, ਗੁਣ ਕਛੂ ਨਾ ਬੁੱਝੇ। ਪਰ ਕਹਿੰਦੇ ਬੰਦਾ ਨਿਰਗੁਣ ਹੈ ਕਿਉਂਕਿ ਇਹਦੇ ਕੋਲ ਗੁਣ ਨਹੀਂ ਹੈਗੇ। ਗੁਣ ਹੋਣਗੇ ਤੇ ਗੁਣਾਂ ਵਾਲੇ ਰੱਬ ਦੀ ਕਦਰ ਪਾਏਗਾ। ਜਦੋਂ ਮੇਰੇ ਕੋਲ ਗੁਣ ਹੀ ਨਹੀਂ ਹੈਗੇ, ਕਿਉਂਕਿ ਸੰਸਾਰੀ ਇੱਕ ਰੀਤ ਹੈ ਕਿ ਸਤਿਕਾਰ ਕਰੋਗੇ ਤੇ ਸਤਿਕਾਰ ਮਿਲੇਗਾ, ਇੱਜ਼ਤ ਕਰੋਗੇ ਤੇ ਇੱਜ਼ਤ ਮਿਲੇਗੀ। ਜੈਸਾ ਬੀਜੈ ਸੋ ਲੁਣੇ, ਇੱਜ਼ਤ ਕਰੋਗੇ ਤੇ ਇੱਜ਼ਤ ਪਾਲੋਗੇ। ਜੇ ਇੱਜ਼ਤ ਨਹੀਂ ਕਰ ਸਕਦੇ ਕਿਸੇ ਦੀ ਤਾਂ ਇਹ ਸਾਨੂੰ ਛੱਡ ਦੇਣਾ ਚਾਹੀਦਾ ਵੀ ਸਾਡੀ ਕੋਈ ਇੱਜ਼ਤ ਕਰੇ। ਇੱਜ਼ਤ ਕਰਾਂਗੇ ਤੇ ਇੱਜ਼ਤ ਪ੍ਰਾਪਤ ਹੋਏਗੀ, ਜੇ ਨਹੀਂ ਕਰਾਂਗੇ ਤੇ ਨਹੀਂ ਹੋਏਗੀ। ਇਹ ਸੰਸਾਰ ਹੈ, ਜਿਹੋ ਜਿਹਾ ਕੋਈ ਬੀਜਦਾ ਉਹਨੂੰ ਫਲ ਉਹੋ ਜਿਹਾ ਪ੍ਰਾਪਤ ਹੁੰਦਾ ਹੀ ਹੈ, ਭਾਵੇਂ ਕੁਝ ਸਮੇਂ ਬਾਅਦ ਮਿਲੇ, ਭਾਵੇਂ ਝੱਟ ਮਿਲ ਜਾਵੇ। ਸੋ ਇਸ ਕਰਕੇ ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੂਝੇ, ਬਖਸ਼ ਲਿਓ ਤੋ ਨਾਨਕ ਸੀਜੇ। ਮਹਾਰਾਜ ਇਹ ਬੰਦਾ ਨਿਰਗੁਣ ਹੈ, ਇਹ ਗੁਣਾਂ ਦੀ ਕਦਰ ਨਹੀਂ ਕਰਨੀ ਜਾਣਦਾ। ਬਖਸ਼ ਲਿਓ ਤੋ ਨਾਨਕ ਸੀਜੈ, ਜੇ ਤੂੰ ਆਪ ਹੀ ਕਿਰਪਾ ਕਰੇ ਤਾਂ ਇਹਨਾਂ ਨੂੰ ਬਖਸ਼ ਲਵੇ ਤਾਂ ਹੋ ਸਕਦਾ ਵੀ ਕੋਈ ਮਸਲਾ ਹੱਲ ਹੋ ਜਾਵੇ, ਇਹਨੂੰ ਪਰਮਾਤਮਾ ਨਾਲ ਪਿਆਰ ਕਰਨ ਦੀ ਆਦਤ ਬਣ ਜਾਵੇ। ਫਿਰ ਮਹਾਰਾਜ ਨੇ ਆਖਿਆ ਵੀ ਇਹਨੂੰ ਪਿਆਰ ਕਰਨ ਵਾਸਤੇ ਜੋੜਿਆ ਕਿਵੇਂ ਜਾਵੇ। ਮਹਾਰਾਜ ਨੇ ਵੱਖ-ਵੱਖ ਤਰੀਕੇ ਦੱਸੇ ਸਾਨੂੰ। ਫਿਰ ਉਹਨਾਂ ਨੇ ਆਖਿਆ ਵੀ ਚਲੋ ਕੋਈ ਗੱਲ ਨਹੀਂ, ਤੂੰ ਕੀਰਤਨ ਕਰਿਆ ਕਰ। ਕੀਰਤਨ ਕਰਨ ਲੱਗਿਆ ਇਹ ਵੇਖਣਾ ਕਿ ਹੁਣ ਤੂੰ ਜਦੋਂ ਕੀਰਤਨ ਕਰਦਾ ਪਿਆ ਹੈ ਤੇਰੇ ਮਨ 'ਚ ਚੱਲਦਾ ਕੀ ਪਿਆ ਹੈ। ਜਦੋਂ ਤੂੰ ਕੀਰਤਨ ਕਰਦਾ ਹੈ ਉਦੋਂ 'ਚ ਕੀ ਚੱਲਦਾ ਪਿਆ ਹੈ, ਕਿਉਂਕਿ ਸਤਿਗੁਰੂ ਨੇ ਉਹੀ ਦੇਣਾ ਹੈ ਜੋ ਅਸੀਂ ਮੰਗਣਾ ਹੈ। ਕੁਛ ਵੀ ਮੰਗਾਂਗੇ ਸਤਿਗੁਰੂ ਨੇ ਤੇ ਉਹੀ ਦੇਣਾ ਨਾ, ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ। ਜੋ ਅਸੀਂ ਮੰਗਾਂਗੇ ਉਹ ਭਾਵੇਂ ਦੁੱਖ ਹੋਵੇ, ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਏ, ਰੱਬ ਨੇ ਸਾਨੂੰ ਉਹ ਦੇਣਾ, ਕਿਉਂਕਿ ਅਸੀਂ ਮੰਗ ਰਹੇ ਹਾਂ, ਕੀਰਤਨ ਕਰਦੇ ਕਰਦੇ ਮੰਗ ਰਹੇ ਹਾਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਜਦੋਂ ਤੂੰ ਕੀਰਤਨ ਕਰਦਾ ਕਰਦਾ ਕੁਛ ਮੰਗਦਾ ਤੈਨੂੰ ਉਹੀ ਪ੍ਰਾਪਤ ਹੁੰਦਾ। ਕਿੰਨਾ ਚੰਗਾ ਹੋਵੇ ਜੇ ਤੂੰ ਕੁਛ ਮੰਗੇ ਹੀ ਨਾ, ਫਿਰ ਕੀ ਮਿਲੇਗਾ। ਮਹਾਰਾਜ ਜੀ ਕਹਿੰਦੇ ਜਦੋਂ ਤੂੰ ਕਹੇਂਗਾ ਨਾ ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਕਹਿੰਦੇ ਜਦੋਂ ਤੂੰ ਨਿਰਬਾਣ ਹੋ ਕੇ ਅੰਦਰੋਂ ਭਾਵਨਾ ਤੋਂ ਉਸ ਮੰਗਣ ਤੋਂ ਰਹਿਤ ਕੀਰਤਨ ਕਰੇਗਾ ਨਾ, ਫਿਰ ਪ੍ਰਮਾਤਮਾ ਤੈਨੂੰ ਪ੍ਰਾਪਤ ਹੋਏਗਾ। ਫਿਰ ਮਹਾਰਾਜ ਕਹਿੰਦੇ ਚਲੋ ਇਵੇਂ ਕਰਦੇ ਹਾਂ ਵੀ ਇਹਨੂੰ ਥੋੜ੍ਹਾ ਜਿਹਾ ਹੱਥ ਹਿਲਾਉਣ ਦੀ ਆਦਤ ਪਾਈਏ, ਭਾਵ ਕਿ ਇਹਦਾ ਜਿਹੜਾ ਹੱਡ ਹੈ ਉਹ ਮਿਹਨਤ ਕਰੇ, ਥੋੜ੍ਹੀ ਜਿਹੀ ਮਸ਼ੱਕਤ ਕਰੇ। ਮਹਾਰਾਜ ਨੇ ਆਖਿਆ ਤੂੰ ਗੁਰਦੁਆਰੇ ਆਇਆ ਕਰ, ਸੇਵਾ ਕਰਿਆ ਕਰ, ਕਿਉਂਕਿ ਸਾਧ ਸੰਗਤ ਜਿਹਦੇ ਕੋਲ ਸੇਵਾ ਨਹੀਂ ਉਹਦੇ ਕੋਲ ਨਿਮਰਤਾ ਨਹੀਂ। ਨਿਮਰਤਾ ਸੇਵਾ ਕਰਕੇ ਆਉਂਦੀ ਹੈ, ਕਿਉਂਕਿ ਜਦੋਂ ਅਸੀਂ ਗੁਰਦੁਆਰੇ ਪੋਚਾ ਲਾਉਣੇ ਆ ਨਾ ਤੇ ਮਿੱਟੀ ਨੂੰ ਬਾਰ-ਬਾਰ ਸਾਫ਼ ਕਰੀਏ ਤੇ ਮਿੱਟੀ ਇੱਕ ਇਹੋ ਜਿਹੀ ਸ਼ੈ ਹੈ ਕਿ ਇਹ ਆਪਣੇ ਵੱਲ ਖਿੱਚਦੀ ਹੈ ਬੰਦੇ ਨੂੰ। ਜਦੋਂ ਅਸੀਂ ਮਿੱਟੀ ਤੋਂ ਦੂਰ ਭੱਜਦੇ ਹਾਂ ਤੇ ਉਨੇ ਹੀ ਅਸੀਂ ਹਉਮੈ ਵੱਲ ਆਈ ਜਾਂਦੇ, ਉਨੇ ਹੰਕਾਰ ਦੇ ਵਿੱਚ ਆਈ ਜਾਂਦੇ। ਇਸ ਕਰਕੇ ਜਿੰਨਾ ਅਸੀਂ ਮਿੱਟੀ ਨੂੰ ਪਿਆਰ ਕਰਾਂਗੇ ਮਿੱਟੀ ਸਾਨੂੰ ਉਨੀ ਹੀ ਨਿਮਰਤਾ ਦੇ ਵਿੱਚ ਲੈ ਕੇ ਜਾਂਦੀ, ਸਾਨੂੰ ਗੁਣ ਸਿਖਾਉਂਦੀ ਹੈ। ਮਹਾਰਾਜ ਜੀ ਕਹਿੰਦੇ ਚਲੋ ਠੀਕ ਹੈ ਇਹਨੂੰ ਸੇਵਾ ਵੱਲ ਲਾਈਏ। ਪਰ ਸਤਿਗੁਰੂ ਜੀ ਕਹਿੰਦੇ ਨੇ ਹੁਣ ਸੇਵਾ ਕਰਨ ਲੱਗਿਆ ਜਦੋਂ ਤੂੰ ਕੁਛ ਮੰਗਿਆ ਤੈਨੂੰ ਉਹੀ ਫਲ ਪ੍ਰਾਪਤ ਹੋਇਆ। ਰੱਬ ਨੇ ਦਿੱਤਾ ਸਾਰਾ ਕੁਛ, ਪਰ ਕਿੰਨਾ ਚੰਗਾ ਹੋਵੇ ਜੇ ਤੂੰ ਸੇਵਾ ਕਰਦਾ ਕਰਦਾ ਕੁਛ ਮੰਗੇ ਨਾ, ਤੇ ਫਿਰ ਕੀ ਹੋਏਗਾ। ਮਹਾਰਾਜ ਜੀ ਕਹਿੰਦੇ ਨੇ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਾਮੀ। ਵੇਖੋ ਆਪਾਂ ਭੱਜੇ ਫਿਰਦੇ ਹਾਂ ਤੇ ਕਿੰਨਾ ਸੌਖਾ ਰੱਬ ਨੂੰ ਪ੍ਰਾਪਤ ਕਰਨ ਦਾ ਮਹਾਰਾਜ ਨੇ ਦੱਸਿਆ ਵੀ ਸੇਵਾ ਕਰਦਿਆਂ ਕੁਛ ਮੰਗਣਾ ਨਹੀਂ ਹੈ। ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹਨੂੰ ਪ੍ਰਾਪਤ ਹੋਏਗਾ। ਚਲੋ ਮਹਾਰਾਜ ਜੀ ਨੇ ਕਿਹਾ ਸੇਵਾ ਕਰ ਲਈ। ਫਿਰ ਗੁਰੂ ਸਾਹਿਬ ਜੀ ਕਹਿੰਦੇ ਚਲੋ ਪਾਠ ਕਰਿਆ ਕਰ।
ਜਦੋਂ ਤੂੰ ਪਾਠ ਕਰੇਂਗਾ ਤੇ ਪਾਠ ਕਰਨ ਦੇ ਨਾਲ, ਕਿਉਂਕਿ ਮਿਹਨਤ ਕੀਤੀ, ਅਸੀਂ ਚੌਂਕੜਾ ਮਾਰ ਕੇ ਬੈਠੇ, ਹੱਥ ਦੇ ਵਿੱਚ ਗੁਟਕਾ ਸਾਹਿਬ ਫੜਿਆ, ਨੀਂਦਰ ਤਿਆਗੀ, ਟਾਈਮ ਕੱਢਿਆ, 1 ਘੰਟਾ ਅੱਧਾ ਘੰਟਾ ਜਿੰਨਾ ਵੀ ਅਸੀਂ ਪਾਠ ਕੀਤਾ, ਮਿਹਨਤ ਕੀਤੀ, ਮਿਹਨਤ ਨੂੰ ਫਲ ਦੇਣਾ ਰੱਬ ਦਾ ਫਰਜ਼ ਬਣਦਾ ਹੈ। ਕਿਉਂਕਿ ਇੱਕ ਮਜ਼ਦੂਰ ਜਿਹੜਾ ਨਾ ਉਹ ਕੁਝ ਸਮੇਂ ਲਈ ਮਿਹਨਤ ਕਰੇ, ਆਪਾਂ ਉਹਨੂੰ ਉਹਦੀ ਦਿਹਾੜੀ ਜਿਹੜੀ ਬਣਦੀ ਮਜ਼ਦੂਰੀ ਉਹਨੂੰ ਦਿੰਦੇ ਆ। ਹੁਣ ਰੱਬ ਜਿਹੜਾ, ਅਸੀਂ ਰੱਬ ਦਾ ਨਾਮ ਜਪਿਆ ਤੇ ਰੱਬ ਸਾਨੂੰ ਮਜ਼ਦੂਰੀ ਨਾ ਦੇ, ਇਹ ਤਾਂ ਹੋ ਨਹੀਂ ਸਕਦਾ, ਕਿਉਂਕਿ ਉਹ ਰੱਬ ਹੈ, ਉਹ ਸਾਨੂੰ ਪਿਆਰ ਕਰਦਾ ਹੈ, ਉਹ ਤਾਂ ਦੇਵੇਗਾ ਨਾ ਸਾਨੂੰ ਕੁਛ ਨਾ ਕੁਛ। ਮਹਾਰਾਜ ਨੇ ਕਿਹਾ ਚਲੋ ਤੂੰ ਪਾਠ ਕਰ ਲਿਆ ਕਰ। ਹੁਣ ਜਿਹਨੂੰ ਪਾਠ ਕੀਤਾ ਤੇ ਪਾਠ ਕਰਦਿਆਂ ਕਰਦਿਆਂ ਮਹਾਰਾਜ ਜੀ ਕਹਿੰਦੇ ਨੇ ਇੱਥੇ ਆਣ ਕੇ ਸਾਰੀ ਗੜਬੜ ਹੋ ਜਾਂਦੀ ਹੈ। ਇੱਥੇ ਆਣ ਕੇ ਅਸੀਂ 1 ਘੰਟਾ ਬੈਠਦੇ ਹਾਂ, ਫਿਰ ਅੱਧਾ ਘੰਟਾ ਆ ਜਾਂਦੇ, ਅੱਧੇ ਘੰਟੇ ਤੋਂ ਅਸੀਂ ਕਹਿੰਦੇ ਵੀ ਚੱਲ 15 ਕੁ ਮਿੰਟ। ਉਹਦਾ ਮੁੱਖ ਕਾਰਨ ਕੀ ਬਣਿਆ ਕਿ ਸਾਡਾ ਮਨ ਟਿਕਿਆ ਨਹੀਂ। ਜਦੋਂ ਸਾਡਾ ਮਨ ਨਾ ਟਿਕਿਆ, ਮਨ ਨਾ ਟਿਕੇ ਹੋਣ ਕਰਕੇ ਮਨ ਰਿਹਾ ਭਟਕਣਾ ਦੇ ਵਿੱਚ, ਕਦੀ ਇੱਧਰ ਭਟਕਦਾ ਹੈ, ਕਦੀ ਇੱਧਰ ਭਟਕਦਾ ਹੈ। ਜਦੋਂ ਮਨ ਨਾ ਟਿਕਿਆ ਨਾ, ਤੇ ਮਨ ਨਾ ਟਿਕਣ ਕਰਕੇ ਫਿਰ ਅਸੀਂ, ਸਾਡੀਆਂ ਅੱਖਾਂ ਦੇ ਵਿੱਚ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਸਰੀਰ ਥੱਕਣਾ ਸ਼ੁਰੂ ਹੋ ਜਾਂਦਾ, ਕਿਉਂਕਿ ਮਨ ਟਿਕ ਨਹੀਂ ਰਿਹਾ। ਜਦੋਂ ਮਨ ਟਿਕੇਗਾ ਨਹੀਂ, ਸਾਨੂੰ ਥਕਾਨ ਜ਼ਿਆਦਾ ਹੋਏਗੀ। ਜਦੋਂ ਮਨ ਨਹੀਂ ਟਿਕਦਾ, ਅਸੀਂ ਓਨਾ ਜ਼ਿਆਦਾ ਥੱਕਦੇ ਹਾਂ। ਤੇ ਮਹਾਰਾਜ ਜੀ ਕਹਿੰਦੇ ਹੁਣ ਜਦੋਂ ਇਹ ਥੱਕਣ ਲੱਗ ਪਿਆ ਤੇ ਇਹਨੇ ਕਿਹਾ ਵੀ ਨਹੀਂ, ਪਰਮਾਤਮਾ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਫਿਰ ਸਤਿਗੁਰੂ ਜੀ ਨੇ ਆਖਿਆ ਵੀ ਭਲਿਆ ਇੱਦਾਂ ਨਹੀਂ ਹੁੰਦਾ, ਜੇ ਤੇਰੀ ਕੋਸ਼ਿਸ਼ ਬੇਕਾਰ ਜਾ ਰਹੀ ਹੈ, ਤੂੰ ਸਫਲ ਨਹੀਂ ਹੋ ਰਿਹਾ, ਤਾਂ ਰੱਬ ਦੇ ਅੱਗੇ ਅਰਦਾਸ ਤਾਂ ਕਰਨੀ ਚਾਹੀਦੀ ਹੈ ਨਾ। ਹੁਣ ਇਹਨੇ ਕਦੀ ਆਪਾਂ ਅਰਦਾਸ ਕੀਤੀ ਹੈ ਕਿ ਮਹਾਰਾਜ ਜੀ ਮੇਰਾ ਮਨ ਨਹੀਂ ਟਿਕ ਰਿਹਾ ਤੇ ਮੈਂ ਅਰਦਾਸ ਕਰਾਂ? ਨਹੀਂ, ਅਸੀਂ ਪੁੱਛਦੇ ਰਹਿੰਦੇ ਇੱਕ ਦੂਜੇ ਨੂੰ ਵੀ ਮੇਰਾ ਮਨ ਨਹੀਂ ਟਿਕਦਾ, ਕੀ ਕਰੀਏ? ਉਹ ਕਹਿੰਦੇ ਵੀ ਨਹੀਂ, ਟੌਂਕੜਾ ਮਾਰ ਕੇ ਬੈਠੋ। ਪਰ ਅਸੀਂ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛੀਏ ਵੀ ਮਹਾਰਾਜ ਮਨ ਨਹੀਂ ਟਿਕ ਰਿਹਾ, ਕੀ ਕਰੀਏ? ਸਤਿਗੁਰੂ ਜੀ ਇੱਕੋ ਗੱਲ ਕਹਿੰਦੇ ਨੇ ਕਿ ਜਦੋਂ ਮਨ ਨਾ ਟਿਕਦਾ ਹੋਵੇ ਤੇ ਉਦੋਂ ਅਰਦਾਸ ਕਰਨੀ ਚਾਹੀਦੀ ਹੈ, ਕਿਉਂਕਿ ਰੱਬ ਅੱਗੇ ਦਬਕਾ ਨਹੀਂ ਚੱਲਦਾ, ਪਰਮਾਤਮਾ ਅੱਗੇ ਕਿਸੇ ਵੀ ਪ੍ਰਕਾਰ ਦੀ ਕੋਈ ਝਿੜਕ ਨਹੀਂ ਚੱਲਦੀ, ਸਿਰਫ ਤੇ ਸਿਰਫ ਅਰਦਾਸ ਚੱਲਦੀ ਹੈ। ਮਹਾਰਾਜ ਜੀ ਕਹਿੰਦੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਜਿਹਦੇ ਅੱਗੇ ਕੋਈ ਚਾਰਾ ਨਹੀਂ ਚੱਲ ਸਕਦਾ, ਉਹਦੇ ਅੱਗੇ ਨਮਸਕਾਰ ਚੱਲ ਸਕਦੀ ਹੈ। ਸੋ ਇਸੇ ਕਰਕੇ ਜਿਹੜਾ ਮਹੀਨਾ ਆਰੰਭ ਹੋਇਆ ਨਾ ਜੇਠ ਦਾ, ਉਹਦੇ ਵਿੱਚ ਇੱਕ ਪੰਕਤੀ ਆਉਂਦੀ ਕਿ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰਵਨ। ਜੇ ਸਾਡੀ ਮਰਜ਼ੀ ਅਨੁਸਾਰ, ਸਾਡੀ ਜਿੱਦ ਅਨੁਸਾਰ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੁੰਦਾ ਤੇ ਅਸੀਂ ਵਿਛੜ ਕੇ ਪਰਮਾਤਮਾ ਤੋਂ ਕਿਉਂ ਰੋਂਦੇ? ਸਾਡੀ ਮਰਜ਼ੀ ਅਨੁਸਾਰ ਤਾਂ ਫਿਰ ਨਹੀਂ ਮਿਲ ਸਕਦਾ ਨਾ। ਫਿਰ ਸਾਡੀ ਮਰਜ਼ੀ ਕੀ ਹੈ, ਸਾਡੀ ਇੱਛਾ ਕੀ ਹੈ? ਉਹ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ। ਪਰ ਮਹਾਰਾਜ ਜੀ ਕਹਿੰਦੇ ਨੇ ਪਰਮਾਤਮਾ ਨੂੰ ਪ੍ਰਾਪਤ ਕਰਕੇ ਤੂੰ ਕਰੇਂਗਾ ਕੀ? ਅਸੀਂ ਪਰਮਾਤਮਾ ਨੂੰ ਮਿਲਣਾ ਜੀ ਸਾਰਿਆਂ ਨੇ, ਆਪਾਂ ਸਾਰੇ ਚਾਹੁੰਦੇ ਨਾ ਵੀ ਸਾਨੂੰ ਪਰਮਾਤਮਾ ਮਿਲੇ, ਪਰ ਜੇ ਮਿਲੇਗਾ ਤਾਂ ਅਸੀਂ ਕੀ ਆਖਾਂਗੇ ਉਹਨੂੰ? ਕੀ ਉਹਦੇ ਨਾਲ ਵਿਵਹਾਰ ਕਰਾਂਗੇ? ਕਿਸ ਤਰ੍ਹਾਂ ਦਾ ਉਹਦੇ ਨਾਲ ਵਰਤਾਵ ਕਰਾਂਗੇ? ਕੋਈ ਚੰਗਾ ਵਰਤਾਵ ਨਹੀਂ ਕਰਾਂਗੇ, ਕਿਉਂਕਿ ਇੱਕ ਆਸਾਨ ਮਿਲ ਜਾਣ ਵਾਲੀ ਚੀਜ਼ ਦੀ ਅਸੀਂ ਕਿੰਨੀ ਕੁ ਕਦਰ ਪਾਉਂਦੇ ਹਾਂ? ਕੋਈ ਵੀ ਨਹੀਂ। ਭੋਰਾ ਜਿੰਨੀ ਕਦਰ ਨਹੀਂ ਪਾਈ ਜਾਂਦੀ ਇੱਕ ਆਮ ਇਨਸਾਨ ਦੀ, ਬਿਲਕੁਲ ਨਹੀਂ। ਸਭ ਤੋਂ ਵੱਡਾ ਸਾਨੂੰ ਮਹਾਰਾਜ ਨੇ ਸਰੀਰ ਦਿੱਤਾ, ਬਹੁਤ ਜ਼ਿਆਦਾ ਇਹਦੀ ਕੀਮਤ ਹੈ, ਕਦਰ ਹੈ, ਪਰ ਇਸ ਸਰੀਰ ਦੀ ਅਸੀਂ ਕਿੰਨੀ ਕੁ ਕਦਰ ਪਾਈ? ਕੋਈ ਕਦਰ ਨਹੀਂ ਪਾਈ। ਇਸ ਸਰੀਰ ਨੂੰ ਵਿਕਾਰਾਂ ਦੇ ਵਿੱਚ ਗਾਲਿਆ, ਕਾਮ ਕ੍ਰੋਧ ਵਿੱਚ ਗਾਲਿਆ, ਨਸ਼ਿਆਂ ਦੇ ਵਿੱਚ ਗਲਤਾਨ ਕਰ ਦਿੱਤਾ, ਕੋਈ ਕਦਰ ਨਹੀਂ ਪਾਈ। ਇੱਥੋਂ ਤੱਕ ਲੋਭ ਕਰ ਕਰਕੇ ਇਹਨੂੰ ਇੰਨਾ ਜ਼ਿਆਦਾ ਭੈੜਾ ਬਣਾ ਦਿੱਤਾ ਕਿ ਹੁਣ ਲੋਭ ਹੀ ਕਰਦਾ ਰਹਿ ਗਿਆ, ਪਰਮਾਤਮਾ ਦਾ ਨਾਮ ਨਹੀਂ ਜਪਿਆ ਇਹਨੇ। ਹੁਣ ਇਹ ਤਾਂ ਮਾੜਾ ਹੋ ਗਿਆ ਨਾ। ਫਿਰ ਜਦੋਂ ਇੰਨਾ ਜ਼ਿਆਦਾ ਅਸੀਂ ਇਹਨੂੰ ਰੋਲਿਆ, ਇੰਨਾ ਜ਼ਿਆਦਾ ਇਹਦੀ ਬੇਕਦਰੀ ਕੀਤੀ, ਸਤਿਗੁਰੂ ਨੂੰ ਸਮਝ ਆ ਗਈ, ਪਰਮਾਤਮਾ ਨੂੰ ਸਮਝ ਆ ਗਈ ਕਿ ਬੰਦੇ ਦੇ ਕੋਲ ਅਜੇ ਤੱਕ ਚੀਜ਼ ਸਾਂਭਣ ਦੀ ਕਦਰ ਨਹੀਂ ਹੈ, ਵਸਤੂ ਸਾਂਭਣ ਦੀ ਕਦਰ ਨਹੀਂ ਹੈ। ਜਿੱਦਣ ਇਹਨੂੰ ਵਸਤੂ ਸਾਂਭਣ ਦੀ ਕਦਰ ਆ ਗਈ, ਉਸੇ ਦਿਨ ਇਹਨੂੰ ਆਪਣੇ ਸਰੀਰ ਦੀ ਵੀ ਕਦਰ ਕਰਨੀ ਆ ਜਾਏਗੀ। ਤੇ ਜਦੋਂ ਸਰੀਰ ਦੀ ਕਦਰ ਕਰਨ ਆ ਗਈ, ਸਮਝ ਲਓ ਸਾਨੂੰ ਕਿਸੇ ਦੀ ਇੱਜ਼ਤ ਕਰਨ ਦੀ ਜਾਚ ਆ ਗਈ। ਜਦੋਂ ਅਸੀਂ ਕਿਸੇ ਦੀ ਇੱਜ਼ਤ ਕਰਾਂਗੇ, ਕਿਸੇ ਦਾ ਸਤਿਕਾਰ ਕਰਾਂਗੇ, ਉਹ ਬੰਦਾ ਸਾਡੇ ਕੋਲ ਝੱਟ ਭੱਜ ਕੇ ਆਏਗਾ। ਜਦੋਂ ਕਿਸੇ ਦੀ ਇੱਜ਼ਤ ਕਰਾਂਗੇ ਤੇ ਬੰਦਾ ਆਏਗਾ ਨਾ ਸਾਡੇ ਕੋਲ ਚੱਲ ਕੇ। ਹੁਣ ਪਰਮਾਤਮਾ ਨਾਲ ਵੀ ਅਸੀਂ ਇੱਦਾਂ ਹੀ ਕਰਨਾ, ਅਸੀਂ ਪਰਮਾਤਮਾ ਦੀ ਕਦਰ ਕਰਨੀ ਹੈ, ਪਰਮਾਤਮਾ ਦੀ ਇੱਜ਼ਤ ਕਰਨੀ ਹੈ। ਕਿਉਂ ਇੱਜ਼ਤ ਕਰਨੀ ਹੈ? ਕਿਉਂਕਿ ਪਰਮਾਤਮਾ ਦੇ ਕੋਲ ਦੋ ਗੱਲਾਂ ਨੇ, ਇੱਕ ਤਾਂ ਪਰਮਾਤਮਾ ਕਿਸੇ ਨਾਲ ਵੈਰ ਨਹੀਂ ਕਰਦਾ, ਔਰ ਦੂਜੀ ਗੱਲ ਉਹ ਪਰਮਾਤਮਾ ਆਪੇ ਹੀ ਸਾਨੂੰ ਸੰਸਾਰ ਦੇ ਵਿੱਚ ਘੱਲ ਕੇ ਤੇ ਆਪੇ ਹੀ ਸਾਨੂੰ ਦੁਖੀ ਨਹੀਂ ਕਰ ਸਕਦਾ, ਕਿਉਂਕਿ ਅਸੀਂ ਉਹਦੇ ਬੱਚੇ ਹਾਂ। ਜੇ ਆਪੇ ਸਾਨੂੰ ਸੰਸਾਰ ਦੇ ਵਿੱਚ ਭੇਜ ਕੇ ਜੇ ਉਹਨੇ ਦੁਖੀ ਕਰਨਾ, ਤੇ ਫਿਰ ਅਸੀਂ ਪਰਮਾਤਮਾ ਨੂੰ ਕਿਉਂ ਸਿਮਰਨਾ ਹੈ, ਕਿਉਂ ਅਸੀਂ ਨਾਮ ਉਹਦਾ ਜਪਣਾ ਹੈ? ਸੋ ਇਸ ਕਰਕੇ ਗੁਰਬਾਣੀ ਨੇ ਆਖਿਆ ਕਿ ਪਰਮਾਤਮਾ ਜਿਹੜਾ ਨਾ ਉਹ ਮਿੱਠ ਬੋਲਦਾ ਹੈ। ਤੇ ਬੰਦੇ ਦੀ ਬੋਲੀ ਕਿਹੋ ਜਿਹੀ ਹੈ ਜੀ? ਮਿੱਠੀ ਤਾਂ ਨਹੀਂ ਹੋ ਸਕਦੀ। ਸਾਰੇ ਸਿਆਣੇ ਅਸੀਂ, ਮਿੱਠੀ ਤਾਂ ਬੋਲੀ ਨਹੀਂ ਹੋ ਸਕਦੀ ਬੰਦੇ ਦੀ। ਜਿਹਦੀ ਮਿੱਠੀ ਬੋਲੀ ਹੋਏਗੀ,
परमात्मा जे समझ लो साडा दूसरा मनुख साडी बोली तो साडी शब्दावली तो प्रभावित हो रहा है, आकर्षित हो रहा है, खिंचिया आ रहा है, साडा सत्कार करदा पिया है, तो परमात्मा कितना सत्कार करेगा? क्योंकि बंदे दे नालों तो ज़्यादा कदर परमात्मा नूं है ना। परमात्मा कदर करनी जानदा, बंदे दी शरीर की कदर करनी जानदा है। इस करके सतगुरु जी कहते ने हौं संभल थकी जी कदे ना बोले कौड़ा। रब नूं कौड़ा बोलना ही नहीं आउंदा। कौड़ा बोलना जाने पूर्ण भगवान ने। रब नूं कौड़ा बोलना ही नहीं आउंदा, ते जिहड़ा रब कौड़ा नहीं बोलना जानदा उहनूं उहदे अनुसार ही होके जपिया जा सकदा है, कौड़े होके नहीं। महाराज जी कहते हुण बरोबरता इस करके नहीं है क्योंकि परमात्मा चंगा है, परमात्मा दातां देण वाला है, परमात्मा निरभौ निर्वैर है, ते परमात्मा नूं कदी गुस्सा नहीं आउंदा, ते परमात्मा जिहड़ा है वो हमेशा ही दातां दे के कदी किसी नूं पछताउंदा नहीं है। बंदा हुण की करदा है, हुण बंदे दा लेवल किहो जिहा है, बंदा जिहड़ा है वो दूसरे दे औगण वेखदा है, दूजे नूं माड़ा कहंदा है। इत्थों तक कि सतगुरु जी कहते हैं वेखो पाठ करन दे नाल बंदे नूं निमरता होनी चाहिए है, पर बंदा पाठ करके भी हंकार करदा पिया है। जेता पढ़िया तेता कढ़िया। जिन्ना वो पढ़ रहा है उन्ना ही वो लड़ाइयाँ करदा पिया है लोकां नाल। लोकां नूं कहंदे तुसीं बेकार हो, तुसीं चंगे नहीं हैगे। पर गुरबाणी कुल गल होर कहंदी है। गुरबाणी कहंदी तू जिन्ना ही पढ़ी जावें, जिन्ना तेरे अंदर ज्ञान आई जाए, तू गुरु नानक साहिब जी नूं वांगू इक्को गल आखनी है, ना हो जति सती नहीं पढ़िया। कह सकते जी आप इन्नी गल भी ना मैं कोई बहुता जति सती हाँ, ना मैं कोई बहुता पढ़िया होया, मूर्ख मुगदा जन्म पिया। कबीर साहब जी भी इहो गल कहते हैं, कबीर सब ते हम बुरे हम तज भलो सब, कोई जिन ऐसा कर बूझिया मीत हमारा। सोए गुरु नानक साहब जी कहते ना हम चंगे आखिए बुरा न दिसे कोई। कहते असीं सानू कोई चंगे नहीं कहता ते बुरा सानू कोई दिसदा नहीं हैगा। सतगुरु जी कहते ने इवें करके मैनू समझ आ गई भी हाँ मेरे अंदर बड़े औगण सी, पर फिर भी परमात्मा ने की कीता, तरस पिया मैं राम धोई सतगुर सज्जण मिलिया। नानक नाम मिले तां जीवां तन मन थिवै हरिया। कहते जदों तरस पिया ना, तरस किया रब जी ने मेरे उपर, उन्होंने पता लग गया भी इनू समझ कोई नहीं, अनजान है, भोला है, तो इस भोले मनुख नूं समझाया जा सकता है ये अनुसार ही। फिर रब जी ने की कीता, रब जी ने आख्या परमात्मा तो हुण बहुत दूर है साडे तो। उन्होंने आख्या चलो संसार दे विच झाती मार के वेख, तैनूं आले दुआले कुछ नज़र आउंदा है, आले दुआले कुछ चंगा नज़र आ रहा है, कुछ चंगियां चीज़ां इकट्ठियां करनियां तूं, वधिया वधिया चीज़ां जिहदे विचों तैनूं कुछ प्रसन्नता मिल सके, कुछ वधिया तैनूं गल्लां मिल सकन, वो तूं चीज़ां इकट्ठियां करनियां ने, आले दुआले वेखना है। असीं आले दुआले वेखिया, सारे पासे हाहाकार मची पी, बुरे हाल होए पे, हर एक बंदा खिच रहा है। कोई कहता मैं इन्ने जोड़ ले, कोई कहता मैं इन्नी माया इकट्ठी कर ली, कोई कहता मैं इन्ने महंगा घर बना लिया, कोई कहता मैं इन्ना महंगा व्हीकल ले लिया। बंदे नूं चिंता बन गई भी इत्थे सारे बंदे अपनी अपनी सलौता दे विच लगे हुए, रब दा नाम तो कोई नहीं लै रहा, फिर मैं की करा। फिर मैं भज के गुरु कोल आया। जदों गुरु कोल आया ना, तो गुरु ने सानूं आउंदे इक्को गल आखी। वो किहड़ी गल आखी? उन्होंने आख्या भी ये जिहड़ा विश्व संसार तुम देखदे ये हर का रूप है। कित्थे रब कहंदे ये जिहड़ा विश्व संसार तू देख रहा ना, ये रब दा ही रूप है, ये परमात्मा दा रूप है। हुण परमात्मा दा रूप संसार दे विचों वेखना, बंदियां दे विचों वेखना बड़ा ही औखा है, क्योंकि संसार दे विचों बंदियां दे विचों परमात्मा दी होंद नूं पहचानना बहुत ही कठिन काम है। रब नूं रब समझना बहुत सौखा है, क्योंकि वो दिस नहीं रहा, किते भी नहीं बैठा। पर बंदे नूं रब समझना बड़ा ही कठिन है। रब नूं रब समझना बहुत कम सौखा है जी, उपर नूं मूँह कर लियो तो रब ही रब है ना। पर एक इंसान नूं रब समझना बड़ा ही कठिन काम है। किन्ना क चिर समझ सकांगे? एक बीबी जिहड़ी है वो किसी पुरुष दे शरीर नूं वेखदी है तो वो रब तरफ करके नहीं वेखदी कि ये रब है। जे कोई मनुखी शरीर है, बंदा शरीर है, वो मर्द शरीर किसी इस्त्री शरीर वाल रब करके नहीं वेखदा कि ये रब है। नहीं, हो ही नहीं सकता, क्योंकि नफरत ईर्खा विकार भरे पे ने मन दे विच। फिर किवें असीं रब नूं वेखीए? महाराज जी कहंदे थोड़ा जिहा लेवल ना रब दे बरोबर दा करके लैके आ, रब दे बरोबर दा करके लैके आ, रब दे बरोबर दा। फिर तेनू जाके इन्हां बंदियां दे विचों रब दिसेगा। महाराज जी कहंदे ने एवड ऊंचा होवे कोए तिस ऊंचे को जाने सोए। जिन्ना उच्चा रब है, हुण रब जिड्डे असीं की रब वर्गी हाइट कर लईए, अपनी कद वधा लईए,
ਭਾਵ ਕਿ ਜਿੰਨੀ ਸੁਚਮਤਾ, ਜਿੰਨੀ ਸ਼ਰਧਾ, ਜਿੰਨੀ ਭਾਵਨਾ, ਜਿੰਨਾ ਪਿਆਰ ਰੱਬ ਦੇ ਵਿੱਚ ਹੈ ਨਾ, ਓਨਾ ਹੀ ਪਿਆਰ ਤੂੰ ਆਪਣੇ ਅੰਦਰ ਲੈ ਕੇ ਆਉਣਾ ਹੈ। ਚੋਰ ਦੀ ਚੋਰ ਨਾਲ ਦੋਸਤੀ ਬਣਦੀ ਹੈ, ਸਾਧ ਦੀ ਸਾਧ ਨਾਲ ਬਣਦੀ ਹੈ, ਤੇ ਹੁਣ ਰੱਬ ਦੀ ਭਗਤ ਦੀ ਰੱਬ ਨਾਲ ਜੇ ਬਣਾਉਣੀ ਹੈ ਤੇ ਕੀ ਕਰਨਾ ਪਏਗਾ? ਸਾਨੂੰ ਰੱਬ ਵਰਗੇ ਹੀ ਬਣਨਾ ਪਏਗਾ। ਗੁਰਬਾਣੀ ਕਹਿੰਦੀ ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੇ। ਗੁਰੂ ਅਰਜਨ ਸਾਹਿਬ ਜੀ ਨੂੰ ਭੱਟ ਸਾਹਿਬਾਨਾਂ ਨੇ ਕਹਿ ਦਿੱਤਾ, ਕਹਿੰਦੇ ਵੀ ਵੇਖੋ ਇਹ ਤਾਂ ਗੱਲ ਹੀ ਬੜੀ ਵੱਡੀ ਹੈ ਕਿ ਅਸੀਂ 1 ਸਾਲ ਫਿਰਦੇ ਰਹੇ, 1 ਸਾਲ ਤੱਕ ਅਸੀਂ ਕਹਿੰਦੇ ਘੁੰਮਦੇ ਰਹੇ। ਬਰਸ ਹੋਂ ਇੱਕ ਹੋਂ ਫਿਰਿਓ, ਕਿਨੇ ਨਾ ਪਰਚੋ ਲਾਇਓ, ਕਹਿਤਿਓ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ ਨੇ ਸਾਰੇ ਨਾਲ ਗੱਲਾਂ ਕਰਨ ਵਾਲੇ ਸੀਗੇ, ਪਰ ਰਹਿਤ ਕਿਸੇ ਦੀ ਨਹੀਂ ਸੀਗੀ। ਗੱਲਾਂ ਕਰਨ ਵਾਲੇ ਬਹੁਤ ਸੀਗੇ। ਬਰਸ ਇੱਕ ਹੋਂ ਫਿਰਿਓ, ਕਿਨੇ ਨਾ ਪਰਚਾ ਲਾਇਓ, ਰਹਿ ਕਹਿਤਿਓ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ ਨੇ ਅਸੀਂ ਬੜੇ ਦੇਖੇ, ਕਈ ਜੋਗੀ ਦੇਖੇ। ਕਹਿੰਦੇ ਨੇ ਪੰਡਤ ਸੰਨਿਆਸੀਏ ਮੁੱਖੋਂ ਇਹ ਪੰਡਤ ਮਿੱਠੇ। ਕਹਿੰਦੇ ਨੇ ਬਹੁਤ ਮਿੱਠੀ ਬੋਲੀ ਬੋਲਣ ਵਾਲੇ ਪੰਡਤ ਵੇਖੇ, ਬੜਾ ਸਾਲ ਹੋ ਗਿਆ। ਕਹਿੰਦੇ ਆਖਰਕਾਰ ਫਿਰ ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਏ ਤੇ ਉਹਨਾਂ ਨੇ ਇੱਕੋ ਗੱਲ ਆਉਂਦਿਆਂ ਕਹਿੰਦੇ ਨੇ, ਕਹਿੰਦੇ ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਪ੍ਰਤੱਖ ਹਰ, ਪ੍ਰਤੱਖ ਰੱਬ ਦਾ ਰੂਪ ਨੇ। ਰੱਬ ਦਾ ਰੂਪ ਕਿਵੇਂ ਹੋਏ, ਕਿੰਨੀ ਉਹਨਾਂ ਨੂੰ ਮਿਹਨਤ ਕਰਨੀ ਪਈ, ਕਿੰਨੀ ਮਸ਼ੱਕਤ ਘਾਲਣੀ ਪਈ। ਸਾਧ ਸੰਗਤ, ਜਦੋਂ ਕਾਬਲ ਕੰਧਾਰ ਤੋਂ ਬਹੁਤ ਦੂਰ ਹੈ, ਕਾਬਲ ਕੰਧਾਰ, ਜਦੋਂ ਸੰਗਤਾਂ ਆਉਣੀਆਂ ਨਾ ਮਾਤਾ ਗੰਗਾ ਜੀ ਨੂੰ ਨਾਲ ਲੈ ਕੇ, ਗੁਰੂ ਅਰਜਨ ਸਾਹਿਬ ਜੀ ਨੇ ਕੀ ਕਰਨਾ, ਤੇਲ ਲੈ ਕੇ ਦੂਰ ਤੋਂ ਆ ਰਹੀਆਂ ਸੰਗਤਾਂ ਜਦੋਂ ਇੱਥੇ ਆਣ ਕੇ ਰੁਕਣਾ, ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਣ ਕੇ ਰੁਕਣਾ, ਤੇ ਉਹਨਾਂ ਸੰਗਤਾਂ ਦੇ ਪੈਰਾਂ ਦੇ ਵਿੱਚ ਤੇਲ ਚਸਣਾ, ਕਿਉਂਕਿ ਸੰਗਤਾਂ ਬਜ਼ੁਰਗ ਥੱਕੇ ਹੋਏ ਹੋਣਗੇ। ਮਾਤਾ ਗੰਗਾ ਜੀ ਨਾਲ ਲੈ ਕੇ ਤੇ ਉਹਨਾਂ ਤੇਲ ਚਸਣਾ। ਉਸੇ ਗੁਰੂ ਅਰਜਨ ਸਾਹਿਬ ਜੀ ਨੂੰ ਸਵੇਰੇ ਜਾ ਕੇ ਮੱਥਾ ਟੇਕਣਾ, ਤੇ ਉਹੀ ਗੁਰੂ ਅਰਜਨ ਸਾਹਿਬ ਜੀ ਰਾਤ ਨੂੰ ਸੰਗਤਾਂ ਦੇ ਚਰਨ ਘੁੱਟ ਰਿਹਾ ਹੈ, ਚਰਨ ਘੁੱਟ ਰਹੇ ਹਨ। ਸੋ ਇਸੇ ਕਰਕੇ ਜਿਹੋ ਜਿਹਾ ਭਾਵਨਾ ਹੈ, ਜਿਹੋ ਜਿਹਾ ਸੰਸਾਰ ਦੇ ਵਿੱਚ ਅਸੀਂ ਵੇਖਾਂਗੇ, ਜਿੰਨੀ ਇੱਜ਼ਤ ਉਨਾ ਹੀ ਸਾਨੂੰ ਫਲ ਮਿਲੇਗਾ। ਜਿੰਨਾ ਅਸੀਂ ਪਰਮਾਤਮਾ ਨੂੰ ਪਿਆਰ ਕਰਾਂਗੇ ਉਨਾ ਹੀ ਸਾਨੂੰ ਪਰਮਾਤਮਾ ਵੱਲੋਂ ਪਿਆਰ ਮਿਲੇਗਾ। ਤੇ ਪਰਮਾਤਮਾ ਨੂੰ ਪਿਆਰ ਕਰਨ ਵਾਸਤੇ ਕੀ ਕਰਨਾ ਪਏਗਾ? ਉਹਨੂੰ ਪ੍ਰਸੰਨ ਕਰਨਾ ਪਏਗਾ। ਪ੍ਰਸੰਨ, ਗਲਤੀਆਂ ਵਿੱਚੋਂ ਤਾਂ ਰੱਬ ਪ੍ਰਸੰਨ ਹੋ ਨਹੀਂ ਸਕਦਾ। ਹੁਣ ਗਲਤੀ ਵਿੱਚੋਂ ਕਦੀ ਪ੍ਰਸੰਨ ਹੋ ਸਕਦਾ ਹੈ? ਨਹੀਂ ਨਾ ਹੋ ਸਕਦਾ। ਇੱਕ ਪੜ੍ਹਿਆ ਲਿਖਿਆ ਜਿਹਨੇ ਪਾਠ ਸਿੱਖਿਆ, ਪਾਠ ਨੂੰ ਕਰਨਾ ਆਉਂਦਾ, ਜਿਹਨੂੰ ਬਹੁਤ ਮਿਹਨਤ ਕੀਤੀ, ਘੱਟੋ ਘੱਟ 2-3 ਸਾਲ ਲਾ ਕੇ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਸ਼ੁੱਧ ਪੜ੍ਹਨਾ ਸਿੱਖਿਆ। ਸਮਝ ਰਹੇ ਨਾ ਸਾਧ ਸੰਗਤ ਗੱਲ? ਉਹਨੇ ਸ਼ੁੱਧ ਪੜ੍ਹਨਾ ਸਿੱਖਿਆ, ਤੇ ਹੁਣ ਉਹਦੇ ਸਾਹਮਣੇ ਕੋਈ ਬੰਦਾ ਅਣਜਾਣ ਜਿਹਾ ਆਣ ਕੇ ਜਪਜੀ ਸਾਹਿਬ ਦਾ ਪਾਠ ਕਰੇ ਤੇ ਉਹਦੇ ਵਿੱਚੋਂ 20 ਗਲਤੀਆਂ ਕਰਦੇ, ਤੇ ਉਹਨੇ ਕੀ ਕਹਿਣਾ ਕਿ ਉਹ ਗਿਆ ਪਾਠ ਗਲਤ ਕਰਦਾ ਪਿਆ ਸੀ, ਮੈਨੂੰ ਭੋਰਾ ਸਵਾਦ ਨਹੀਂ ਆਇਆ, ਕਹੇਗਾ ਨਾ, ਕਿਉਂਕਿ ਉਹਨੇ 3 ਸਾਲ ਲਾ ਕੇ ਸਿੱਖਿਆ ਪਾਠ। ਇੱਕ ਨੇ ਪਾਠ ਸਿੱਖਿਆ ਨਹੀਂ ਹੋਇਆ ਤੇ ਆਣ ਕੇ ਗੁਟਕਾ ਸਾਹਿਬ ਫੜਿਆ, ਜਿਵੇਂ ਤਿਵੇਂ ਦਾ ਆਉਂਦਾ ਹੀ ਕਰਕੇ ਉਹਨੇ ਪਰਾਂ ਮਾਰਿਆ। ਕਿਉਂਕਿ ਉਹਨੇ ਸਿਰਫ ਇਹ ਵਿਖਾਉਣਾ ਸੀ ਵੀ ਹਾਂ ਮੈਂ ਪਾਠ ਕਰ ਲਿਆ, ਅੰਮ੍ਰਿਤ ਵੇਲਾ ਲੁੱਟ ਲਿਆ ਮੈਂ। ਪਰ ਹੁਣ ਉਹਨੇ ਕੀਤੀਆਂ ਤਾਂ ਗਲਤੀਆਂ ਨਾ। ਇੱਕ ਇਨਸਾਨ ਨੂੰ ਗਲਤੀ ਕੀਤੀ ਚੰਗੀ ਨਹੀਂ ਲੱਗਦੀ, ਤੇ ਰੱਬ ਨੂੰ ਗਲਤੀ ਕੀਤੀ ਹੋਈ ਕਿਵੇਂ ਚੰਗੀ ਲੱਗ ਸਕਦੀ ਹੈ? ਕਿਉਂਕਿ ਜੇ ਰੱਬ ਨੂੰ ਅਸੀਂ ਪ੍ਰਸੰਨ ਕਰਨਾ ਹੈ ਤੇ ਸਾਨੂੰ ਪਾਠ ਸਿੱਖਣਾ ਚਾਹੀਦਾ ਹੈ। ਸਿੱਖਣਾ ਚਾਹੀਦਾ ਸਾਧ ਸੰਗਤ ਕਿ ਨਹੀਂ? ਸਿੱਖਣਾ ਚਾਹੀਦਾ ਹੈ ਨਾ। ਅਸੀਂ ਸੁਖਮਨੀ ਸਾਹਿਬ ਜੀ ਦੇ ਵਿੱਚ ਕਿੰਨੀਆਂ ਗਲਤੀਆਂ ਕਰਦੇ ਹਾਂ। ਜਦੋਂ ਇੱਕ ਥਾਂ 'ਤੇ ਆਉਂਦਾ ਹੈ ਪਸ਼, ਇੱਕ ਥਾਂ 'ਤੇ ਆਉਂਦਾ ਹੈ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਅਸੀਂ ਉੱਥੇ ਭੀ ਪੜ ਜਾਂਦੇ ਕਈ ਵਾਰੀ। ਸਾਨੂੰ ਗਲਤੀਆਂ ਦੇ ਵਿੱਚੋਂ ਤਾਂ ਪਰਮਾਤਮਾ ਹੁਣ ਲੱਭਣਾ ਨਹੀਂ ਨਾ, ਕਿਉਂਕਿ ਪਰਮਾਤਮਾ ਨੂੰ ਮਿਲਣਾ ਹੈ ਤਾਂ ਸਾਨੂੰ ਗਲਤੀਆਂ ਸੁਧਾਰ ਕਰਨੀਆਂ ਪੈਣਗੀਆਂ, ਗਲਤੀਆਂ ਸਵਾਰਨੀਆਂ ਪੈਣਗੀਆਂ। ਇਸ ਕਰਕੇ ਸਭ ਤੋਂ ਪਹਿਲਾ ਹੀ ਕੰਮ ਹੈ ਵੀ ਸਾਨੂੰ ਪਾਠ ਸਿੱਖਣਾ ਚਾਹੀਦਾ ਹੈ, ਤੇ ਪਾਠ ਕਰਨ ਤੋਂ ਬਿਨਾਂ ਹੋ ਹੀ ਨਹੀਂ ਸਕਦਾ ਕਿ ਸਾਨੂੰ ਪਰਮਾਤਮਾ ਦੀ ਖੁਸ਼ਾਮਦ ਪ੍ਰਾਪਤ ਹੋ ਸਕੇ। ਸਭ ਤੋਂ ਪਹਿਲਾ ਕਰਮ ਕੀ ਹੈ ਜੀ? ਪਾਠ ਕਰਨਾ। ਹੁਣ ਜਿਹਨੂੰ ਪਾਠ ਕਰਨਾ ਹੀ ਨਹੀਂ ਆਉਂਦਾ, ਉਹ ਵੀ ਕਹਿ ਰਿਹਾ ਹੁੰਦਾ ਜੀ ਰੱਬ ਦਿਸ ਨਹੀਂ ਰਿਹਾ, ਪਰਮਾਤਮਾ ਪ੍ਰਾਪਤ ਨਹੀਂ ਹੋ ਰਿਹਾ। ਕਿੱਥੋਂ ਪ੍ਰਾਪਤ ਹੋਵੇ? ਪਾਠ ਨਹੀਂ ਕਰਨਾ ਆ ਰਿਹਾ ਮੈਨੂੰ ਪਾਠ ਕਰਨ ਲੱਗਿਆ ਮੈਂ ਡਰਦਾ ਹਾਂ ਕਿ ਮੈਂ ਸਿੱਖਿਆ ਨਹੀਂ ਪਾਠ, ਕਿਉਂਕਿ ਮਨ ਦੇ ਵਿੱਚ ਚੱਲ ਰਿਹਾ ਹੁੰਦਾ ਵੀ ਮੈਂ ਗਲਤ ਕਰ ਰਿਹਾ ਕਿਉਂਕਿ ਮੈਂ ਸਿੱਖਿਆ ਨਹੀਂ। ਜਦੋਂ ਮੈਂ ਸਿੱਖਿਆ ਹੋਵਾਂਗਾ ਤੇ ਮੈਨੂੰ ਇੱਕ ਲਾਇਸੈਂਸ ਮਿਲ ਜਾਏਗਾ। ਉਹ ਲਾਇਸੈਂਸ ਕੀ ਹੁੰਦਾ ਹੈ? ਲਾਇਸੈਂਸ ਉਹ ਚੀਜ਼ ਹੁੰਦੀ ਹੈ ਜਿਹਦੇ ਨਾਲ ਬੰਦੇ ਦੇ ਅੰਦਰ ਕੌਨਫੀਡੈਂਸ ਆਉਂਦਾ ਹੈ, ਤੇ ਉਹ ਭੀੜੀਆਂ ਥਾਵਾਂ ਦੇ ਉੱਪਰੋਂ ਵੀ ਜਿੱਥੇ ਨਹੀਂ ਵੀ ਜਾਣਾ ਆਉਂਦਾ ਉੱਥੋਂ ਵੀ ਗੱਡੀ ਪਾਸ ਕਰ ਲੈਂਦਾ ਹੈ ਕਿ ਮੈਨੂੰ ਜਾਚ, ਮੇਰੇ ਕੋਲ ਟ੍ਰੇਨਿੰਗ ਹੈ, ਮੇਰੇ ਕੋਲ ਇਹ ਪਾਸ ਬਣਿਆ ਹੋਇਆ ਹੈ। ਜਿਹਦੇ ਕੋਲ ਪਾਸ ਹੀ ਨਹੀਂ ਹੈਗਾ ਉਹਨੂੰ ਤਾਂ ਡਰ ਬਣਿਆ ਹੀ ਰਹੇਗਾ ਨਾ।
ਉਹ ਤਾਂ ਕਿੱਥੋਂ ਪਾਸ ਕਰ ਲਏਗਾ। ਇਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗਲਤ ਮਲਤ ਪੜ੍ਹਦੇ ਨੇ, ਉਹ ਵੀ ਕਹਿ ਰਹੇ ਹੁੰਦੇ ਨੇ ਵੀ ਪਰਮਾਤਮਾ ਪ੍ਰਸੰਨ ਨਹੀਂ ਹੋ ਰਿਹਾ, ਰੱਬ ਪ੍ਰਸੰਨ ਨਹੀਂ ਹੋ ਰਿਹਾ। ਕਿੱਥੋਂ ਪ੍ਰਸੰਨ ਹੋਵੇ? ਰੱਬ ਨੂੰ ਪ੍ਰਸੰਨ ਕਰਨ ਵਾਸਤੇ ਸਾਨੂੰ ਬਾਣੀ ਨੂੰ ਸ਼ੁੱਧ ਤੇ ਸਪਸ਼ਟ ਪੜ੍ਹਨਾ ਬਹੁਤ ਹੀ ਜ਼ਿਆਦਾ ਜ਼ਰੂਰੀ, ਲਾਜ਼ਮੀ ਹੈ ਜੀ। ਸਾਧ ਸੰਗਤ, ਮਹਾਰਾਜ ਜੀ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਓ। ਪਹਿਲਾਂ ਸੁਣਿਆ ਫਿਰ ਮੰਨਿਆ ਤੇ ਮਨ ਦੇ ਵਿੱਚ ਪਿਆਰ ਕੀਤਾ। ਸਾਨੂੰ ਸਮਝ ਤਾਂ ਕੁਛ ਆ ਨਹੀਂ ਰਿਹਾ ਤੇ ਪਿਆਰ ਅਸੀਂ ਕੀ ਕਰਨਾ ਹੈ? ਕੁਛ ਵੀ ਨਹੀਂ। ਪਿਆਰ ਕਿੱਥੋਂ ਕਰ ਲਵਾਂਗੇ? ਮਹਾਰਾਜ ਜੀ ਕਹਿੰਦੇ ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ। ਜਦੋਂ ਮੇਰਾ ਪਰਮਾਤਮਾ ਮੇਰੇ ਤੇ ਪ੍ਰਸੰਨ ਹੋ ਗਿਆ ਨਾ, ਉਦੋਂ ਫਿਰ ਉਹਨੇ ਕੀ ਕੀਤਾ? ਜਿਹੜੇ ਦੁੱਖ ਸਨ, ਦੁੱਖ ਬੜਾ ਸਤਾਉਂਦੇ ਨੇ ਸਾਧ ਸੰਗਤ, ਪਰ ਦੁੱਖ ਚੰਗੇ ਵੀ ਬੜੇ ਨੇ, ਬਹੁਤ ਚੰਗੇ ਨੇ ਦੁੱਖ। ਦੁੱਖ ਕੀ ਕਰਦਾ ਹੈ ਸਾਧ ਸੰਗਤ? ਵੇਖੋ, ਦੁੱਖ ਜਿਹੜਾ ਹੁੰਦਾ ਨਾ, ਕਈ ਵਾਰੀ ਅਸੀਂ ਕਹਿੰਦੇ ਸਾਨੂੰ ਅਰਦਾਸ ਕਰਨੀ ਨਹੀਂ ਆਉਂਦੀ, ਪਰ ਜਦੋਂ ਦੁੱਖ ਹੋਵੇ ਨਾ, ਬੰਦਾ ਦੁਖੀ ਹੋਣ ਤੇ ਜਿਹੋ ਜੀ ਮਰਜ਼ੀ ਅਰਦਾਸ ਕਰ ਦੇਵੇ, ਆਪਣੇ ਆਪ ਸ਼ਬਦ ਬਣ ਜਾਂਦੇ ਹੁੰਦੇ ਨੇ, ਆਪਣੇ ਆਪ ਸ਼ਬਦ ਬਣ ਜਾਂਦੇ। ਸਾਧ ਸੰਗਤ ਵੇਖੋ, ਘਰ ਦੇ ਵਿੱਚ ਔਲਾਦ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਮਹਾਰਾਜ ਦੀ ਪ੍ਰਕਿਰਤੀ ਹੈ, ਔਲਾਦ ਤੋਂ ਬਿਨਾਂ ਮਾਂ ਵੀ ਨਹੀਂ ਬਣ ਸਕਦੀ ਤੇ ਪਿਓ ਨੂੰ ਸ਼ੋਭਾ ਨਹੀਂ ਮਿਲ ਸਕਦੀ, ਹੈ ਨਾ। ਔਲਾਦ ਹੋਣੀ ਬਹੁਤ ਜ਼ਰੂਰੀ। ਪਰ ਜਦੋਂ ਨਾ ਮਿਲੇ, ਸਾਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਅਸੀਂ ਗੁਰੂ ਨੂੰ ਆਖਣਾ ਜਾ ਕੇ ਮਹਾਰਾਜ ਜੀ ਪੁੱਤਰ ਜਾਂ ਧੀ ਦੀ ਦਾਤ ਬਖਸ਼ੋ? ਸਾਨੂੰ ਕਿਸੇ ਨੇ ਦੱਸਿਆ ਥੋੜ੍ਹੀ, ਆਪਣੇ ਆਪ ਤਰਲਾ ਨਿਕਲਿਆ ਨਾ, ਆਪਣੇ ਆਪ ਬੇਨਤੀ ਨਿਕਲੀ ਸਾਡੇ ਅੰਦਰੋਂ। ਜਦੋਂ ਸਾਡੇ ਅੰਦਰ ਰੋਗ ਹੋਵੇ, ਅਸੀਂ ਕਿਵੇਂ ਕਹਿ ਲੈਂਦੇ ਹਾਂ ਮਹਾਰਾਜ ਜੀ ਦੇਹ ਰੋਗਤਾ ਦੀ ਦਾਤ ਬਖਸ਼ੋ? ਕਿਸੇ ਨੇ ਦੱਸਿਆ ਥੋੜ੍ਹੀ, ਆਪਣੇ ਆਪ ਸਾਨੂੰ ਸ਼ਬਦ ਬਣਾਉਣੇ ਆ ਗਏ। ਪਰ ਅਸੀਂ ਪਰਮਾਤਮਾ ਨੂੰ ਜਦੋਂ ਨਾਮ ਦੀ ਗੱਲ ਆਉਂਦੀ, ਕਿਉਂਕਿ ਅਸੀਂ ਪਰਮਾਤਮਾ ਤੋਂ ਵਿਛੜ ਕੇ ਕਦੀ ਦੁਖੀ ਨਹੀਂ ਹੋਏ, ਸਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿ ਪਰਮਾਤਮਾ ਮੰਨਿਆ ਹੋਇਆ ਹੈ ਕਿ ਪਰਮਾਤਮਾ ਰੁੱਸਿਆ ਹੋਇਆ ਹੈ, ਸਾਨੂੰ ਥੋੜ੍ਹੀ ਪਤਾ, ਕੁਛ ਨਹੀਂ ਪਤਾ ਹੈਗਾ। ਪਰ ਗੁਰਬਾਣੀ ਕਹਿੰਦੀ ਹੈ ਇਹ ਤਾਂ ਤੈਨੂੰ ਪਤਾ ਨਹੀਂ ਹੈਗਾ ਪਰਮਾਤਮਾ ਮੰਨਿਆ ਜਾਂ ਰੁੱਸਿਆ ਹੈ, ਪਰ ਤੈਨੂੰ ਇਹ ਤਾਂ ਪਤਾ ਨਾ ਮੈਂ ਪਾਠ ਕਰ ਰਿਹਾ ਜਾਂ ਨਹੀਂ ਕਰ ਰਿਹਾ, ਇਹ ਬੰਦੇ ਨੂੰ ਪਤਾ ਹੁੰਦਾ ਹੈ। ਪਰਮਾਤਮਾ ਰੁੱਸਿਆ ਹੈ ਸਾਡੇ ਨਾਲ, ਪਰਮਾਤਮਾ ਸਾਡੇ ਨਾਲ ਮੰਨਿਆ, ਇਹਦੇ ਬਾਰੇ ਸਾਨੂੰ ਬਿਲਕੁਲ ਜਾਣਕਾਰੀ ਨਹੀਂ ਹੈ। ਪਰ ਸਾਨੂੰ ਇੰਨੀ ਜਾਣਕਾਰੀ ਜ਼ਰੂਰ ਹੈਗੀ ਹੈ ਵੀ ਮੈਂ ਪਾਠ ਕਰ ਲੈਂਦਾ ਹਾਂ ਜਾਂ ਪਾਠ ਨਹੀਂ ਕਰ ਲੈਂਦਾ, ਮੈਨੂੰ ਪਾਠ ਕਰਨਾ ਆਉਂਦਾ ਜਾਂ ਨਹੀਂ ਕਰਨਾ ਆਉਂਦਾ, ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ ਜਾਂ ਨਹੀਂ ਉੱਠਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੈਂ ਦਰਸ਼ਨ ਕਰਦਾ ਹਾਂ ਜਾਂ ਨਹੀਂ ਕਰਦਾ। ਆਪਣੇ ਆਪ ਨੂੰ ਕਿਵੇਂ ਪਛਾਣੀਦਾ? ਮੈਂ ਆਪਣੇ ਆਪ ਨੂੰ ਜਾਣਦਾ ਕਿ ਨਹੀਂ ਜਾਣਦਾ? ਆਪਣੇ ਆਪ ਨੂੰ ਅਸੀਂ ਸਾਰੇ ਜਾਣਦੇ ਹੁੰਦੇ ਹਾਂ, ਹਰੇਕ ਬੰਦਾ ਆਪਣੇ ਆਪ ਨੂੰ ਜਾਣਦਾ ਹੁੰਦਾ। ਤੇ ਮਹਾਰਾਜ ਜੀ ਤਾਂ ਹੀ ਕਹਿੰਦੇ ਥੋੜ੍ਹਾ ਜਿਹਾ ਨਾ ਆਪਣੇ ਅੰਦਰ ਝਾਤੀ ਮਾਰ ਕੇ ਵੇਖੀ, ਬੰਦੇ ਖੋਜ ਦਿਲ ਹਰ ਰੋਜ਼, ਇਹਨੂੰ ਕਹਿੰਦੇ ਨੇ ਕੋਸ਼ਿਸ਼ ਕਰਨੀ, ਰੋਜ਼ ਖੋਜੀ ਜਾਣਾ ਆਪਣੇ ਅੰਦਰ, ਰੋਜ਼ ਖੋਜੀ ਜਾਣਾ। ਜਿੰਨੇ ਸੋਨਾ ਲੱਭਾ ਸੀ ਉਹਨੇ ਇੱਕੇ ਦਿਨ ਹੀ ਸੋਨਾ ਲੱਭ ਲਿਆ ਸੀ? ਨਹੀਂ ਨਾ ਲੱਭਾ। ਜਿੰਨੇ ਪਹਾੜਾਂ ਦੇ ਵਿੱਚੋਂ ਸੁਗੰਧੀਆਂ ਲੱਭੀਆਂ, ਉਹਨੇ ਜਾਂਦੇ ਹੀ ਥੋੜ੍ਹਾ ਸੁਗੰਧੀਆਂ ਲੱਭ ਲਈਆਂ, ਉਹਨੂੰ ਮਿਹਨਤ ਕਰਨੀ ਪਈ। ਜਿੰਨੇ ਲੋਹਾ ਪਹਾੜਾਂ ਦੇ ਵਿੱਚੋਂ ਕੱਢਿਆ, ਉਹਨੂੰ ਜਾਂਦੇ ਹੀ ਥੋੜ੍ਹਾ ਲੋਹਾ ਮਿਲ ਗਿਆ ਸੀ, ਉਹਨੂੰ ਮਸ਼ੱਕਤ ਕਰਨੀ ਪਈ, ਘਾਲਣਾ ਘਾਲਣੀ ਪਈ। ਇਵੇਂ ਕਰਕੇ ਇਵੇਂ ਪਰਮਾਤਮਾ ਨੂੰ ਅਸੀਂ ਪ੍ਰਾਪਤ ਕਰਨਾ, ਘਾਲਣਾ ਤਾਂ ਘਾਲਣੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ, ਮਸ਼ੱਕਤ ਘਾਲਣੀ ਪੈਂਦੀ ਹੈ, ਜਿਸ ਨੂੰ ਕਹਿੰਦੇ ਨੇ ਤਪੱਸਿਆ। ਤਪੱਸਿਆ ਕਰਨੀ ਪੈਂਦੀ ਹੈ, ਬਾਰ-ਬਾਰ ਕੋਸ਼ਿਸ਼ ਕਰਨੀ ਪੈਂਦੀ, ਬਾਰ-ਬਾਰ ਕੋਸ਼ਿਸ਼ ਕਰੀ ਜਾਣਾ, ਬਾਰ-ਬਾਰ ਕੋਸ਼ਿਸ਼ ਕਰੀ ਜਾਣਾ। ਮਹਾਰਾਜ ਜੀ ਕਹਿੰਦੇ ਨੇ ਰੱਬ ਰੁੱਸਦਾ ਮੰਨਦਾ, ਉਹ ਤਾਂ ਉਹਦੀ ਮਰਜ਼ੀ ਹੈ ਨਾ, ਪਰ ਤੂੰ ਤਾਂ ਕੋਸ਼ਿਸ਼ ਕਰਦਾ ਰਿਹਾ ਕਰ, ਤੂੰ ਬਾਰ-ਬਾਰ ਪੜ੍ਹੀ ਹੀ ਜਾਣਾ ਬਾਬੇ ਦੀ ਬਾਣੀ ਨੂੰ। ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮੈਂ ਤੈਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ। ਕਰਨਾ ਕੀ ਹੈ? ਕਰਨਾ ਇਹ ਹੈ ਕਿ ਤੈਨੂੰ ਇਹ ਨਹੀਂ ਵੇਖਣਾ ਵੀ ਰੱਬ ਰੁੱਸ ਚੁੱਕਾ ਹੈ ਜਾਂ ਮੰਨ ਚੁੱਕਾ ਹੈ, ਤੈਨੂੰ ਸਿਰਫ ਇਹ ਵੇਖਣਾ ਸਾਹਿਬ ਰੋਸ ਧਰੋਂ ਕੇ ਪਿਆਰ। ਬੰਦੇ ਪਰਮਾਤਮਾ ਦਾ ਨਾਮ ਰੋਜ਼ ਜਪਿਆ ਕਰ, ਹਰ ਵਕਤ ਜਪਿਆ ਕਰ, ਸਾਹਿਬ ਰੋਸ ਧਰੋਂ ਕੇ ਪਿਆਰ। ਬੰਦੇ ਬੰਦਗੀ ਇੱਕ ਤਿਆਰ, ਤੂੰ ਬੰਦਗੀ ਕਰੀ ਹੀ ਜਾਣੀ ਹੈ, ਕਰੀ ਜਾਣੀ, ਭਗਤੀ ਕਰੀ ਜਾਣੀ ਹੈ। ਰੱਬ ਰੁੱਸਦਾ ਹੈ, ਰੱਬ ਮੰਨਦਾ, ਉਹਦੀ ਮਰਜ਼ੀ ਹੈ ਨਾ, ਪਰ ਤੂੰ ਬੰਦਗੀ ਨਹੀਂ ਛੱਡਣੀ, ਬੰਦਗੀ ਕਰੀ ਜਾਣੀ ਹੈ। ਦੁੱਖ ਕਿਵੇਂ ਖਤਮ ਹੁੰਦੇ ਨੇ? ਤਾਂ ਦੁੱਖ ਭਰਮ ਕੋ ਕੈਸੇ ਨੇਰਾ, ਕਹਿੰਦੇ ਦੁੱਖ ਤਾਂ ਭਰਮ ਮੇਰੇ ਨੇੜੇ ਵੀ ਨਹੀਂ ਆਉਂਦੇ। ਫਿਰ ਸਾਧ ਸੰਗਤ, ਇੱਕ ਪ੍ਰੇਮਾ ਕੋੜੀ ਹੋਇਆ ਹੈ, ਉਹਦੇ ਅੰਦਰ ਕੋੜ ਚੱਲ ਗਿਆ। ਸੁੱਖ ਬਹੁਤ ਸੀਗੇ, ਬਾਪੂ ਦੀ ਕਮਾਈ ਸੀਗੀ, ਕੋਈ ਫਿਕਰ ਨਹੀਂ ਸੀ, ਯਾਰਾਂ ਦੋਸਤਾਂ ਦੇ ਨਾਲ ਬੈਠਾ। ਤੇ ਜਦੋਂ ਦੋਸਤਾਂ ਦੇ ਨਾਲ ਬੈਠਾ ਨਾ, ਦੋਸਤਾਂ ਦੇ ਵਿੱਚ ਬੈਠ ਕਰਕੇ ਰੋਗ ਲੱਗ ਗਿਆ ਸਰੀਰ ਨੂੰ, ਨਸ਼ੇ ਕਰਨ ਲੱਗ ਪਿਆ, ਵਿਕਾਰੀ ਹੋ ਗਿਆ। ਪਰ ਜਦੋਂ ਬਾਪੂ ਸਿਰ ਤੋਂ ਚਲਾ ਗਿਆ, ਸਰੀਰ ਨੂੰ ਹੋ ਗਿਆ ਕੋੜ। ਕੋਈ ਵੀ ਨਸ਼ਾ ਕਰਦੇ ਆ, ਆਦਤ ਕਿਸੇ ਵੀ ਪ੍ਰਕਾਰ ਦੀ ਹੋਵੇ, ਉਹ ਮਾੜੀ ਹੀ ਹੁੰਦੀ ਹੈ। ਸੰਸਾਰੀ ਆਦਤ ਕੋਈ ਵੀ ਹੋਵੇ, ਹਾਂ, ਉਹ ਮਾੜੀ ਹੀ ਹੁੰਦੀ ਹੈ, ਕੇਵਲ ਪਰਮਾਤਮਾ ਦੇ ਨਾਮ ਨੂੰ ਛੱਡ, ਕਿਉਂਕਿ ਉਹ ਆਦਤ ਨਹੀਂ ਹੈ, ਉਹ ਸਾਡੀ ਮਜਬੂਰੀ ਹੈ। ਸੰਸਾਰ ਦੇ ਵਿੱਚ ਆਦਤ ਜਿਹੜੀ ਹੁੰਦੀ ਨਾ, ਉਹ ਕੋਈ ਵੀ ਹੋਵੇ,
ਉਹ ਕੋਈ ਵੀ ਆਦਤ ਬਹੁਤ ਜ਼ਿਆਦਾ ਮਾੜੀ ਹੁੰਦੀ, ਜਿਹਨੂੰ ਪੈ ਜਾਵੇ ਆਦਤ, ਉਹ ਆਪਣੀ ਵਾਦੀ ਤੋਂ, ਆਪਣੀ ਆਦਤ ਤੋਂ ਹਟਦਾ ਨਹੀਂ, ਤੇ ਉਹ ਆਦਤ ਇੱਕ ਦਿਨ ਰੋਗ ਬਣ ਜਾਂਦੀ ਹੁੰਦੀ ਹੈ। ਚੋਰ ਚੋਰੀ ਕਰਨ ਦੀ ਉਹਨੂੰ ਆਦਤ ਪੈ ਜੇ ਨਾ, ਉਹਨੂੰ ਭਾਵੇਂ ਕੁੱਟੀ ਜਾਓ, ਮਾਰੀ ਜਾਓ, ਕਿੰਨਾ ਕੁੱਟ ਲਓਗੇ, ਮਾਰ ਦੋਗੇ, 2 ਸੱਟਾਂ ਖਾ ਕੇ, 4 ਸੱਟਾਂ ਖਾ ਕੇ ਜਦੋਂ ਸੱਟ ਠੀਕ ਹੋਈ ਨੇ ਫਿਰ ਚੱਲ ਪੈਣਾ ਐਵੇਂ ਕਰਕੇ। ਇੱਦਾਂ ਕਰਕੇ ਲੋਭੀ ਬੰਦਾ ਜਿਹੜਾ ਨਾ, ਮਹਾਰਾਜ ਜੀ ਕਹਿੰਦੇ ਉਹਦਾ ਵਿਸ਼ਵਾਸ ਨਾ ਕਰ ਲਈ ਕਿਤੇ ਵੀ ਉਹ ਬੰਦਾ ਸੁਧਰ ਗਿਆ, 4 ਦਿਨ ਜੁੱਤੀਆਂ ਖਾਧੀਆਂ ਤੇ ਸੁਧਰ ਗਿਆ, ਨਹੀਂ, ਕਹਿੰਦਾ ਕੋਈ ਭਰੋਸਾ ਨਹੀਂ ਉਹਦਾ, ਕਦੋਂ ਵੀ ਆਪਣਾ ਹੱਥ ਚਲਾ ਸਕਦਾ ਹੈ, ਕੁਝ ਵੀ ਕਰ ਸਕਦਾ ਹੈ, ਕਿਉਂਕਿ ਉਹਦੀ ਆਦਤ ਬਣ ਚੁੱਕੀ ਹੈ। ਇਵੇਂ ਕਰਕੇ ਉਹਦੀ ਜਦੋਂ ਆਦਤ ਬਣ ਗਈ, ਸਰੀਰ ਨੂੰ ਰੋਗ ਲੱਗ ਗਿਆ, ਕੋਹੜ ਹੋ ਗਿਆ, ਪਿੰਡ ਵਾਲਿਆਂ ਨੇ ਪਿੰਡ ਚੋਂ ਬਾਹਰ ਕੱਢ ਦਿੱਤਾ। ਜਦੋਂ ਬਾਹਰ ਕੱਢਿਆ ਤੇ ਬਾਹਰ ਉਹਨੂੰ ਝੌਂਪੜੀ ਪਾ ਕੇ ਦੇ ਦਿੱਤੀ ਪਿੰਡ 'ਚੋਂ, ਕਿਉਂਕਿ ਇਹ ਹੋਰਨਾਂ ਨੂੰ ਵੀ ਰੋਗੀ ਕਰੇਗਾ, ਹੋਰ ਵੀ ਲੋਕ ਉਹਦੇ ਬਾਹਰ ਉਹਨੂੰ ਫਿਰ ਰੋਟੀ ਦੇ ਆਉਣੀ, ਬਾਹਰ ਹੀ ਉਹਦਾ ਭੋਜਨ ਉਹਨੂੰ ਦੇ ਆਉਣਾ, ਛੱਪਰੀ ਤੋਂ ਮੱਖੀਆਂ ਪਈ ਜਾਣ, ਬੁਰਾ ਹਾਲ ਉਹਦੇ ਹੋਏ ਪਏ। ਤੇ ਆਖਰਕਾਰ ਸਾਧ ਸੰਗਤ ਜਦੋਂ ਦੁੱਖ ਆਵੇ ਨਾ, ਆਪਣੇ ਆਪ ਉਦੋਂ ਸ਼ਬਦ ਬਣਾਉਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਸ਼ਬਦ ਬਣ ਜਾਂਦੇ ਹੁੰਦੇ ਨੇ, ਤੇ ਵਿਧ ਵੀ ਆਪਣੇ ਆਪ ਹੀ ਬਣ ਜਾਂਦੀ ਹੁੰਦੀ। ਫਿਰ ਤਰਲਾ ਤਾਂ ਹੁਣ ਰੱਬ ਨੇ ਸੁਣਨਾ ਨਾ, ਕਿਉਂਕਿ ਰੱਬ ਸਾਨੂੰ ਪਾਲਦਾ ਹੈ। ਰੱਬ ਸਾਨੂੰ ਆਪ, ਜਿਵੇਂ ਕਿਸੇ ਨੇ ਪਾਣੀ ਨੂੰ ਪੁੱਛਿਆ, ਕਹਿੰਦੇ ਹੈ ਪਾਣੀ ਤੂੰ ਲੱਕੜ ਨੂੰ ਡੋਬਦਾ ਕਿਉਂ ਨਹੀਂ ਹੈ, ਲੱਕੜ ਨੂੰ ਡੋਬਦਾ ਕਿਉਂ ਨਹੀਂ ਹੈ, ਜਿਹੜੀ ਵੀ ਕੋਈ ਚੀਜ਼ ਤੇਰੇ ਵਿੱਚ ਵਸਤੂ ਸੁੱਟੀ ਜਾਏ ਤੂੰ ਡੋਬ ਦੇਣਾ, ਪਰ ਲੱਕੜ ਨੂੰ ਕਿਉਂ ਨਹੀਂ ਡੋਬਦਾ? ਉਹ ਕਹਿੰਦੇ ਡੋਬਾਂ ਕਿਉਂ, ਇਹ ਨਿੱਕਾ ਜਿਹਾ ਪੌਦਾ ਸੀ, ਜਦੋਂ ਮੈਂ ਇਹਨੂੰ ਪਾਣੀ ਪਾ ਪਾ ਕੇ ਤੇ ਇਹਨੂੰ ਵੱਡਾ ਕੀਤਾ, ਹੁਣ ਮੈਨੂੰ ਕਿਵੇਂ ਡੋਬ ਲਵਾਂ? ਰੱਬ ਨੇ ਸਾਨੂੰ ਨਿੱਕਿਆਂ ਜਿਹਾਂ ਨੂੰ ਵੱਡੇ ਹੁੰਦਿਆਂ ਵੇਖਿਆ, ਤਾਂ ਸਾਨੂੰ ਕਿਵੇਂ ਦੁਖੀ ਹੁੰਦਾ ਵੇਖ ਸਕਦਾ ਹੈ? ਗੱਲ ਪਿਆਰ ਦੀ ਹੈ ਨਾ, ਕਿਵੇਂ ਦੁਖੀ ਹੁੰਦਾ ਵੇਖ ਸਕਦਾ ਹੈ ਰੱਬ? ਇਸ ਕਰਕੇ ਉਹਨੂੰ ਫਿਰ ਵੀ ਤਰਸ ਆ ਹੀ ਜਾਂਦਾ ਹੈ ਵੀ ਕਿਤੇ ਨਾ ਕਿਤੇ ਉਹ ਸਾਡੇ ਉੱਤੇ ਤਰਸ ਕਰ ਹੀ ਲੈਂਦਾ। ਤੇ ਇੱਕ ਦਿਨ ਇਹ ਰੋ ਰਿਹਾ ਸੀ, ਉੱਚੀ ਉੱਚੀ ਰੋਈ ਜਾਵੇ, ਤੇ ਜਦੋਂ ਰੋਈ ਜਾਵੇ ਤੇ ਲਾਗੋਂ ਦੀ ਕਿਤੇ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ, ਰੱਬ ਨੇ ਇਹਦੀ ਅਰਦਾਸ ਸੁਣੀ, ਤੇ ਸੰਗਤ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚਣ ਵਾਸਤੇ ਆਈ। ਜਦੋਂ ਆ ਰਹੀ ਸੰਗਤ ਤੇ ਸ਼ਬਦ ਗਾਇਨ ਕਰਦੀ ਆਵੇ, ਸ਼ਬਦ ਗਾਇਨ ਕਰਦੀ ਆ ਰਹੀ ਸੰਗਤ, ਜਦੋਂ ਗਾਇਨ ਕਰਦੀ ਆ ਰਹੀ ਸੀ ਨਾ ਸੰਗਤ, ਇਹਨੇ ਆਵਾਜ਼ ਮਾਰੀ, ਕਹਿੰਦੇ ਭਲਿਓ ਕਿਰਪਾ ਕਰੋ, ਮੇਰੇ ਵੀ ਰੋਗ ਨੂੰ ਖਤਮ ਕਰ ਦਿਓ, ਮੈਨੂੰ ਵੀ ਜਿਹੜਾ ਤੁਹਾਡਾ ਕੋਈ ਗੁਰਪੀਰ ਹੈ ਨਾ, ਮੈਨੂੰ ਉਹਦੇ ਕੋਲ ਲੈ ਜਾਓ, ਮੈਨੂੰ ਬਚਾ ਲਵੋ। ਇਹਨਾਂ ਨੇ ਆਵਾਜ਼ ਸੁਣੀ, ਤੇ ਫਿਰ ਗੁਰੂ ਦਾ ਜਿਹੜਾ ਸਿੱਖ ਹੈ ਉਹ ਹੈ ਹੀ ਪਰਉਪਕਾਰੀ, ਕਿਉਂਕਿ ਵਿੱਦਿਆ ਵਿਚਾਰਨ ਦੇ ਨਾਲ ਬੰਦਾ ਪਰਉਪਕਾਰੀ ਹੁੰਦਾ ਹੈ, ਰਿਸ਼ਵਤਖੋਰੀ ਨਹੀਂ ਕਰਦਾ। ਜਿਹੜੇ ਰਿਸ਼ਵਤਖੋਰੀ ਕਰਦੇ ਨੇ ਉਹਨੇ ਵਿੱਦਿਆ ਦਾ ਗਲਤ ਇਸਤੇਮਾਲ ਕਰ ਲਿਆ। ਜਿਹਨੇ ਵਿੱਦਿਆ ਵਿਚਾਰ ਕੇ ਪਰਉਪਕਾਰ ਕੀਤਾ, ਦੂਜੇ ਦਾ ਭਲਾ ਕੀਤਾ, ਉਹਨੇ ਵਿੱਦਿਆ ਦੇ ਵਿੱਚੋਂ ਕੁਝ ਲਾਭ ਖੱਟ ਲਿਆ। ਮਹਾਰਾਜ ਜੀ ਇਸੇ ਕਰਕੇ ਸਾਨੂੰ ਕਹਿੰਦੇ ਵਿੱਦਿਆ ਚੰਗੀ ਗੱਲ ਹੈ। ਇਵੇਂ ਕਰਕੇ ਉਹ ਸਿੱਖਾਂ ਨੇ ਆਖਿਆ ਵੀ ਵੇਖਿਆ ਜਦੋਂ ਇਹ ਰੋਈ ਜਾਵੇ, ਕੋੜੀ ਸੀਗਾ, ਕੋੜ ਹੋਇਆ ਸਰੀਰ ਤੇ, ਕਹਿੰਦੇ ਵੀ ਮੈਨੂੰ ਵੀ ਲੈ ਜਾਓ ਆਪਣੇ ਗੁਰੂ ਦੇ ਕੋਲ, ਮੇਰੇ ਸਰੀਰ ਦੇ ਉੱਪਰ ਬਹੁਤ ਕੋੜ ਹੋਇਆ ਪਿਆ, ਮੈਂ ਬਚਣਾ ਚਾਹੁੰਦਾ, ਮੇਰੀ ਜ਼ਿੰਦਗੀ ਸਫਲ ਹੋ ਜਾਏਗੀ, ਮੇਰੀ ਜ਼ਿੰਦਗੀ ਸਵਰ ਜਾਏਗੀ। ਗੁਰਸਿੱਖ ਨੇ ਕੀ ਕੀਤਾ, ਕਿਉਂਕਿ ਤੁਰ ਤਾਂ ਸਕਦਾ ਨਹੀਂ ਸੀ, ਇਹਨੂੰ ਮੋਢਿਆਂ ਤੇ ਚੁੱਕ ਲਿਆ, ਚੁੱਕ ਕੇ ਤੇ ਲੈ ਕੇ ਆਏ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ। ਸੰਗਤ ਦੇ ਵਿੱਚ ਜਾ ਨਹੀਂ ਸਕਦਾ ਸੀ, ਕਿਉਂਕਿ ਰੋਗੀ ਸੀ, ਕੋੜੀ ਸੀ, ਸਰੀਰ ਦੇ ਉੱਪਰ ਕੱਪੜਾ ਕੋਈ ਪਾ ਨਹੀਂ ਸਕਦਾ ਸੀ, ਕਿਉਂਕਿ ਸਰੀਰ ਦੇ ਵਿੱਚੋਂ ਰੇਸ਼ਾ ਵਗਦਾ ਸੀਗਾ, ਪੱਸ ਪਈ ਹੋਈ ਸੀ। ਬਾਹਰ ਬਿਠਾ ਦਿੱਤਾ, ਕਿਵੇਂ ਜਿਵੇਂ ਤਿਵੇਂ ਕਰਕੇ। ਸੰਗਤ ਜਦੋਂ ਲੰਘਿਆ ਕਰੇ ਤੇ ਸੰਗਤ ਦੇ ਅੱਗੇ ਰੋ ਰੋ ਕੇ ਆਖਿਆ ਕਰੇ, ਮੈਨੂੰ ਵੀ ਕਿਤੇ ਗੁਰੂ ਸਾਹਿਬ ਮੇਰੇ ਉੱਪਰ ਵੀ ਕਿਰਪਾ ਕਰ ਦੇ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਮਹਾਰਾਜ ਦੁਖੀ ਦਾ ਸੋਗ ਦੂਰ ਕਰੋ, ਰੋਗੀ ਦਾ ਰੋਗ ਖੰਡਨ ਕਰ ਦਿਓ। ਜਦੋਂ ਇਹਨੇ ਤਰਲੇ ਲਿਆ ਕਰੇ ਨਾ, ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਹਦੇ ਸਰੀਰ ਦਾ ਇਲਾਜ ਕਰਨਾ ਆਰੰਭ ਕਰ ਦਿੱਤਾ। ਇਹ ਸਾਫ ਸੁਥਰਾ ਹੋਇਆ। ਜਦੋਂ ਸਰੀਰ ਸਾਫ ਸੁਥਰਾ ਹੋਇਆ ਨਾ, ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਹਨੂੰ ਇੱਕ ਪ੍ਰਚਾਰਕ ਬਣਾ ਦਿੱਤਾ। ਪ੍ਰਚਾਰਕ ਬਣਾ ਕੇ ਫਿਰ ਸੰਗਤ ਦੇ ਵਿੱਚ ਆਖਿਆ ਵੀ ਕੋਈ ਗੁਰਸਿੱਖ ਅਜਿਹਾ ਹੈ ਜਿਹੜਾ ਇਸ ਨੂੰ ਆਪਣੀ ਬੇਟੀ ਦਾ ਵਿਆਹ ਕਰਾ ਦੇਵੇ। ਜਦੋਂ ਵਿਆਹ ਹੋਇਆ, ਇਹਨਾਂ ਦੋਵਾਂ ਨੂੰ ਫਿਰ ਮੱਥੋ ਤੇ ਮੁਰਾਰੀ, 22 ਮੰਜੀਆਂ ਗੁਰੂ ਅਮਰਦਾਸ ਸਾਹਿਬ ਜੀ ਨੇ ਥਾਪੀਆਂ, 22 ਪ੍ਰਚਾਰਕ। ਉਹਨਾਂ ਦੇ ਵਿੱਚੋਂ ਇੱਕ ਇਹਨਾਂ ਦੋਵਾਂ ਜੀਆਂ ਨੂੰ ਮੰਜੀ ਦਿੱਤੀ ਗਈ, ਜਿਹਦੇ ਵਿੱਚ ਨਾਂ ਲਿਖਿਆ ਗਿਆ ਮੱਥੋ ਤੇ ਮੁਰਾਰੀ। ਇਹਦਾ ਨਾਮ ਫਿਰ ਮੁਰਾਰੀ ਰੱਖ ਦਿੱਤਾ ਗਿਆ। ਮੱਥੋ ਇਹਨਾਂ ਦੀ ਧਰਮ ਪਤਨੀ ਦਾ ਨਾਮ ਸੀ, ਇਹਨਾਂ ਦੀ ਘਰ ਵਾਲੀ ਦਾ ਨਾਮ ਫਿਰ ਮੱਥੋ ਸੀਗਾ। ਇਸ ਕਰਕੇ ਜਦੋਂ ਅਸੀਂ ਗੁਰੂ ਦੇ ਕੋਲ ਤਰਲੇ ਮਾਰਦੇ ਹਾਂ, ਫਿਰ ਗੁਰੂ ਸੁਣਦਾ ਜ਼ਰੂਰ ਹੈ, ਪਰ ਮਹਾਰਾਜ ਜੀ ਕਹਿੰਦੇ ਨੇ ਤੂੰ ਅਰਦਾਸ ਹੀ ਨਹੀਂ ਕੀਤੀ ਕਦੇ, ਆਵਾਜ਼ ਹੀ ਨਹੀਂ ਮਾਰੀ ਕਦੇ। ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ। ਕੇਸੋ ਦਾ ਅਰਥ ਹੁੰਦਾ ਜੀ ਕੇਸਾਂ ਵਾਲੇ ਪ੍ਰਮਾਤਮਾ। ਕਹਿੰਦੇ ਰੱਬ ਨੂੰ ਆਵਾਜ਼ਾਂ ਮਾਰੀ ਚੱਲ, ਕਦੀ ਤਾਂ ਸਾਡੀ ਅਰਦਾਸ ਸੁਣੇਗਾ ਨਾ। ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ। ਅਵੇਸਲੇ ਹੋ ਕੇ ਸਾਨੂੰ ਰਹਿਣਾ ਨਹੀਂ ਚਾਹੀਦਾ। ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ। ਕਦੋਂ ਤਾਂ ਸਾਡੀ ਪੁਕਾਰ ਸੁਣੇਗਾ ਨਾ, ਜਦੋਂ ਅਸੀਂ ਦਿਨ ਰਾਤ ਕੂਕਾਂਗੇ ਰੱਬ ਅੱਗੇ। ਸਤਿਗੁਰੂ ਜੀ ਕਹਿੰਦੇ ਨੇ ਮਿਟ ਗਿਆ ਦੁੱਖ ਵਿਸਾਰੀ ਚਿੰਤਾ,
ਜਦੋਂ ਦੁੱਖ ਹੀ ਖਤਮ ਹੋ ਗਿਆ ਤੇ ਫਿਰ ਚਿੰਤਾ ਕਾਹਦੀ ਰਹੀ। ਜਦੋਂ ਚਿੰਤਾ ਨਾ ਰਹੀ ਤੇ ਫਿਰ ਮਨ ਆਪਣੇ ਆਪ ਟਿਕ ਜਾਂਦਾ ਹੈ। ਜਦੋਂ ਚਿੰਤਾ ਨਹੀਂ ਹੋਵੇਗੀ ਮਨ ਨਹੀਂ ਟਿਕੇਗਾ। ਇੱਕ ਗੱਲ ਸਾਧ ਸੰਗਤ ਹੋਰ ਹੈ, ਜਦੋਂ ਅਸੀਂ ਮਨ ਨੂੰ ਟਿਕਾਉਣ ਦਾ ਯਤਨ ਕਰਦੇ ਹਾਂ ਨਾ, ਅਸੀਂ ਕਹਿੰਦੇ ਜੀ ਜਦੋਂ ਅਸੀਂ ਬੈਠਦੇ ਹਾਂ ਸਾਡੇ ਮਨ ਦੇ ਵਿੱਚ ਬਹੁਤ ਸਾਰੀਆਂ ਵਿਚਾਰਾਂ ਆ ਜਾਂਦੀਆਂ ਨੇ, ਜਿਹੜੀ ਗੱਲ ਅਸੀਂ ਭੁੱਲੇ ਹੁੰਦੇ ਹਾਂ ਉਹ ਵੀ ਸਾਨੂੰ ਚੇਤੇ ਆ ਜਾਂਦੀ ਹੈ। ਇੱਦਾਂ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਇੱਦਾਂ ਹੋਣਾ ਚਾਹੀਦਾ ਹੈ। ਜੇ ਨਹੀਂ ਹੋਏਗਾ ਫਿਰ ਸਰੀਰ ਸਰੀਰ ਨਹੀਂ ਰਹੇਗਾ, ਸਰੀਰ ਇੱਕ ਮੁਰਦਾ ਹੋ ਜਾਏਗਾ। ਕਿਉਂਕਿ ਸਾਡਾ ਜਿਹੜਾ ਦਿਮਾਗ ਹੈ ਇਹਦਾ ਕੰਮ ਹੀ ਇਹ ਹੈ ਕਿ ਭੁੱਲੀਆਂ ਹੋਈਆਂ ਚੀਜ਼ਾਂ ਨੂੰ ਯਾਦ ਕਰਨਾ। ਤੇ ਜਦੋਂ ਸਾਡਾ ਦਿਮਾਗ ਹੀ ਬੰਦ ਹੋ ਗਿਆ ਤਾਂ ਅਸੀਂ ਕਮਲੇ ਬੋਲੇ ਹੋ ਜਾਵਾਂਗੇ ਨਾ, ਫਿਰ ਕੁਛ ਵੀ ਨਹੀਂ, ਸਾਨੂੰ ਤਾਂ ਸਾਡਾ ਨਾਮ ਹੀ ਨਹੀਂ ਚੇਤੇ ਰਹੇਗਾ ਵੀ ਅਸੀਂ ਸਾਡਾ ਨਾਮ ਕੀ ਹੈ। ਘਰ ਵੀ ਨਹੀਂ ਚੇਤੇ ਰਹੇਗਾ, ਅਸੀਂ ਮਾਂ ਨੂੰ ਭੁੱਲ ਜਾਵਾਂਗੇ, ਬਾਪੂ ਨੂੰ ਭੁੱਲ ਜਾਵਾਂਗੇ, ਘਰ ਦਾ ਰਸਤਾ ਵੀ ਭੁੱਲ ਜਾਵਾਂਗੇ, ਕੁਛ ਸੋਝੀ ਨਹੀਂ ਰਹੇਗੀ। ਇਸ ਕਰਕੇ ਇਹਦਾ ਦਿਮਾਗ ਦਾ ਕੰਮ ਹੀ ਇਹ ਹੈ, ਜਦੋਂ ਅਸੀਂ ਵਿਹਲੇ ਬੈਠਣਾ ਹੈ ਇਹਦਾ ਕੰਮ ਹੀ ਇਹ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਭੁੱਲ ਚੁੱਕੇ ਹਾਂ ਉਹਨਾਂ ਨੂੰ ਬਾਰ-ਬਾਰ ਸਾਨੂੰ ਚੇਤੇ ਕਰਾਈ ਜਾਣਾ, ਬਾਰ-ਬਾਰ ਇਹਨੇ ਸਾਨੂੰ ਰਿਪੀਟ ਕਰਾਈ ਜਾਣਾ, ਬਾਰ-ਬਾਰ ਚੇਤੇ ਕਰਾਈ ਜਾਣਾ, ਬਾਰ-ਬਾਰ ਚੇਤੇ ਕਰਾਈ ਜਾਣਾ। ਇਹਦੀ ਅਸੀਂ ਗਲਤੀ ਨਹੀਂ ਕੱਢ ਸਕਦੇ, ਇਹਨੂੰ ਅਸੀਂ ਗਲਤ ਨਹੀਂ ਕਹਿ ਸਕਦੇ। ਔਰ ਤਕਰੀਬਨ ਅਸੀਂ ਸਾਰੇ ਗੱਲ ਇਹੀ ਕਹਿੰਦੇ ਹੁੰਦੇ ਜਦੋਂ ਅਸੀਂ ਪਾਠ ਕਰਦੇ ਹਾਂ, ਸਾਡਾ ਦਿਮਾਗ ਸਾਰਾ ਕੁਝ ਸੋਚੀ ਜਾਂਦਾ ਹੁੰਦਾ। ਇਹਨੇ ਸਾਧ ਸੰਗਤ ਸੋਚਣਾ ਹੀ ਹੈ। ਜੇ ਇਹ ਸੋਚੇਗਾ ਨਹੀਂ ਨਾ ਤੇ ਅਸੀਂ ਪਾਠ ਵੀ ਨਹੀਂ ਕਰ ਸਕਦੇ, ਕਿਉਂਕਿ ਅੱਖਰਾਂ ਦੀ ਸਮਝ ਸਾਡੇ ਦਿਮਾਗ ਕਰਕੇ ਹੀ ਹੈ ਨਾ। ਜੇ ਦਿਮਾਗ ਨਹੀਂ ਹੋਏਗਾ ਬੰਦੇ ਦੇ ਕੋਲ ਤਾਂ ਸਮਝ ਕਿੱਥੋਂ ਸਕਦਾ ਹੈ? ਕੁਝ ਵੀ ਨਹੀਂ ਸਮਝ ਸਕਦਾ। ਇਹਦਾ ਤਾਂ ਕਸੂਰ ਹੀ ਕੋਈ ਨਹੀਂ ਹੈ। ਇਹਦੇ ਆਪਣਾ ਕੰਮ ਕਰੀ ਜਾਣਾ, ਪਰ ਕਰਨਾ ਕੀ ਹੈ? ਅਸੀਂ ਆਪਣੇ ਮਨ ਨੂੰ ਸਾਵਧਾਨ ਕਰਨਾ ਹੈ, ਬਾਰ-ਬਾਰ ਇਹਨੂੰ ਟਿਕਾਉਣਾ ਹੈ, ਬਾਰ-ਬਾਰ ਇਹਨੂੰ ਟਿਕਾਣੇ ਤੇ ਲੈ ਕੇ ਆਉਣਾ, ਬਾਰ-ਬਾਰ ਟਿਕਾਣੇ ਲੈ ਕੇ ਆਉਣਾ। ਮਹਾਰਾਜ ਜੀ ਕਹਿੰਦੇ ਨੇ ਫਿਰ ਕੀ ਹੋਏਗਾ? ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੇਤ। ਇਕਾਗਰ ਚਿੱਤ ਹੋ ਕੇ, ਜਦੋਂ ਚਿੱਤ ਇਕਾਗਰ ਹੋ ਗਿਆ, ਔਰ ਚਿੱਤ ਨੂੰ ਇਕਾਗਰ ਕਰਨ ਦਾ ਇੱਕੋ ਇੱਕ ਤਰੀਕਾ ਹੈ, ਉਹ ਹੈ ਬਾਰ-ਬਾਰ ਪੜ੍ਹੀ ਜਾਣਾ, ਬਾਰ-ਬਾਰ ਸਿਮਰਨ ਕਰੀ ਜਾਣਾ, ਬਾਰ-ਬਾਰ ਪਰਮਾਤਮਾ ਦੀ ਬਾਣੀ ਨੂੰ ਪੜ੍ਹੀ ਜਾਣਾ, ਗੁਰਬਾਣੀ ਨੂੰ ਸਿੱਖ ਕੇ ਪੜ੍ਹਨਾ। ਸਿੱਖ ਕੇ ਪੜ੍ਹੋਗੇ ਹੋ ਹੀ ਨਹੀਂ ਸਕਦਾ ਕਿ ਮਨ ਨਾ ਟਿਕੇ। ਜਦੋਂ ਅਸੀਂ ਸਿੱਖ ਕੇ ਨਹੀਂ ਪੜ੍ਹਦੇ ਤੇ ਮਨ ਕਦੀ ਜੁੜ ਨਹੀਂ ਸਕਦਾ। ਮਹਾਰਾਜ ਜੀ ਕਹਿੰਦੇ ਨੇ ਫਿਰ ਕੀ ਹੋਏਗਾ? ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁੰਗਮ ਸਾਧੇ। ਪਾਠ ਵੀ ਕੀਤਾ, ਬਹੁਤ ਕਰਮ ਵੀ ਕੀਤੇ। ਨਿਉਲੀ ਕਰਮ, ਨਿਉਲੀ ਕਰਮ ਹੁੰਦਾ ਜੀ ਆਪਣੀ ਰੀੜ੍ਹ ਦੀ ਹੱਡੀ ਨੂੰ ਸਿੱਧੇ ਕਰਕੇ ਬੈਠਣਾ। ਨਿਵਲ ਭੁੰਗਮ ਸਾਧੇ ਪੰਚ ਜਨਾਂ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਵੱਧ। ਕਿਤੇ ਤੁਸੀਂ ਵੇਖਿਆ ਹੋਏਗਾ ਜਿਨ੍ਹਾਂ ਨੇ ਨਵਾਂ ਕੋਈ ਪਾਠ ਕਰਨਾ ਆਰੰਭ ਕੀਤਾ ਹੋਵੇ ਨਾ, ਉਹ ਬੜੀ ਛੇਤੀ ਕਹਿੰਦੇ ਹੁੰਦੇ ਵੀ ਮਹਾਰਾਜ ਦੀ ਪ੍ਰਾਪਤੀ ਨਹੀਂ ਹੋ ਰਹੀ, ਜਾਂ ਬੜੀ ਛੇਤੀ ਅਹੰਕਾਰ ਦੇ ਵਿੱਚ ਆ ਜਾਂਦੇ ਨੇ। ਜਿਨ੍ਹਾਂ ਨੂੰ ਸਾਲੋ ਸਾਲ ਹੋ ਗਏ ਉਹਨਾਂ ਪਾਠ ਕਰਦਿਆਂ ਨੂੰ, ਕਦੀ ਵੀ ਤੁਸੀਂ ਵੇਖੋ ਜਿਹੜੇ ਪਾਠ ਕਰਦੇ ਹੋਣਗੇ, ਜਿੰਨਾ ਉਹ ਪਾਠ ਸਿੱਖ ਕੇ ਕਰਦੇ ਹੋਣਗੇ, ਉਨੀ ਜ਼ਿਆਦਾ ਉਹਨਾਂ ਦੇ ਮੂੰਹ ਦੇ ਵਿੱਚ ਮਿਠਾਸ, ਉਨੀ ਜ਼ਿਆਦਾ ਉਹਨਾਂ ਦੇ ਅੰਦਰ ਨਿਮਰਤਾ ਹੋਏਗੀ, ਉਨਾ ਹੀ ਜ਼ਿਆਦਾ ਉਹਨਾਂ ਦੇ ਅੰਦਰ ਗਿਆਨ ਹੋਏਗਾ, ਪਰ ਜ਼ੁਬਾਨ ਤੋਂ ਬਹੁਤ ਸੁਰੀਲੇ ਤੇ ਚੁੱਪ ਹੋਣਗੇ। ਇਹ ਉਹਦੀ ਪਰਿਭਾਸ਼ਾ ਹੈ ਜਿਹਨੇ ਪਾਠ ਸਿੱਖਿਆ ਹੋਏਗਾ। ਜਿਹਨੇ ਪਾਠ ਨਹੀਂ ਸਿੱਖਿਆ ਹੋਏਗਾ ਉਹਦੇ ਅੰਦਰ ਭਟਕਣਾ ਵੀ ਹੁੰਦੀ ਹੈ, ਉਹਦੇ ਅੰਦਰ ਕਾਲਾਪਨ ਵੀ ਹੁੰਦਾ ਹੈ, ਉਹਦੇ ਅੰਦਰ ਅਹੰਕਾਰ ਵੀ ਹੁੰਦਾ ਹੈ, ਉਹਦੇ ਅੰਦਰ ਇਹ ਵੀ ਹੁੰਦਾ ਹੈ ਵੀ ਲੋਕੀ ਮੈਨੂੰ ਆਖਣ ਕਿ ਬਹੁਤ ਵੱਡਾ ਗਿਆਨੀ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕਿੰਨਾ ਵੱਡਾ ਗਿਆਨ ਹੈ। ਜਗਤ ਦਾ ਮਾਲਕ ਗੁਰੂ ਨਾਨਕ ਸਾਹਿਬ, ਉਹ ਆਪਣੇ ਆਪ ਨੂੰ ਕਹਿ ਰਿਹਾ ਹੈ ਕਿ ਮਹਾਰਾਜ ਮੈਂ ਕੁਛ ਵੀ ਨਹੀਂ ਹਾਂ, ਕੁਛ ਵੀ ਨਹੀਂ ਹਾਂ, ਮੈਂ ਤਾਂ ਇੱਕ ਮੂਰਖ ਜਿਹਾ ਇਨਸਾਨ ਹਾਂ ਕਿ ਤੇਰੇ ਚਰਨਾਂ ਦੇ ਵਿੱਚ ਆਣ ਕੇ ਸੇਵਾ ਕਰਨ ਦਾ ਇੱਕ ਮੈਨੂੰ ਮੌਕਾ ਮਿਲਿਆ ਹੈ। ਫਲ ਪਾਇਆ ਜਪ ਸਤਿਗੁਰ ਮੰਤਾ, ਕਹਿੰਦੇ ਫਲ ਪ੍ਰਾਪਤ ਕੀਤਾ ਜਦੋਂ ਸਤਿਗੁਰੂ ਦਾ ਮੰਤਰ ਜਪਿਆ, ਗੁਰੂ ਦੇ ਮੰਤਰ ਨੂੰ ਜਪਿਆ, ਉਦੋਂ ਫਲ ਪ੍ਰਾਪਤ ਹੋਇਆ। ਫਲ ਜਿਹੜਾ ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਬੰਦਗੀ ਸਾਨੂੰ ਪ੍ਰਾਪਤ ਹੋਈ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਅਸੀਂ ਸਤਿਗੁਰੂ ਦਾ ਮੰਤਰ ਦ੍ਰਿੜ ਕੀਤਾ, ਗੁਰਬਾਣੀ ਇੱਕ ਗੱਲ ਸਪਸ਼ਟ ਕਰਦੀ ਹੈ, ਕਹਿੰਦੇ ਵੀ ਭੱਜ ਲਿਆ ਬਹੁਤ ਬੰਦਿਆਂ ਤੋਂ, ਬਹੁਤ ਦੌੜ ਲਿਆ, ਯਾਤਰਾ ਵੀ ਕੀਤੀਆਂ, ਹੋਰ ਕਰਮ ਵੀ ਬਥੇਰੇ ਕੀਤੇ, ਕੱਪੜੇ ਵੀ ਬਦਲ ਕੇ ਵੇਖ ਲਏ, ਵੱਖ-ਵੱਖ ਤਰ੍ਹਾਂ ਦੇ ਕੱਪੜੇ ਵੀ ਬਦਲ ਕੇ ਵੇਖ ਲਏ। ਕੱਪੜਿਆਂ ਦਾ ਕਸੂਰ ਕੋਈ ਨਹੀਂ, ਆਪਾਂ ਕਸੂਰ ਕੱਪੜਿਆਂ ਦਾ ਵੀ ਕੱਢ ਦਿੱਤਾ। ਠੀਕ ਹੈ, ਗੁਰੂ ਘਰ ਆਉਣਾ ਲਿਬਾਸ ਇੱਕ ਬਹੁਤ ਸੁੰਦਰ ਹੋਣਾ ਚਾਹੀਦਾ, ਜਿਹੜਾ ਸਾਰਿਆਂ ਨੂੰ ਸਵੱਛ ਸੁੰਦਰ ਲੱਗੇ, ਜਿਹਦੇ ਵਿੱਚੋਂ ਕਿਸੇ ਦੇ ਮਨ ਨੂੰ ਭਟਕਣਾ ਨਾ ਆਏ। ਪਰ ਕੱਪੜਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰਾ ਸਕਦਾ। ਜਿਹੜਾ ਆਪਾਂ ਚੋਲਾ ਪਾਉਂਦੇ ਆ ਨਾ, ਚੋਲਾ ਇੱਕ ਬਹੁਤ ਪਵਿੱਤਰ ਅਤੇ ਸ਼ਬਦ ਜਿਹੜਾ ਹੈ ਨਾ, ਇਹ ਸਰੀਰ ਨੂੰ ਖੁੱਲ੍ਹਾ ਡੁੱਲਾ ਰੱਖਦਾ। ਕਦੀ ਇਹ ਸਰੀਰ ਦੇ ਵਿੱਚ ਜਦੋਂ ਅਸੀਂ ਚੌਂਕੜਾ ਮਾਰ ਕੇ ਬੈਠਾਂਗੇ, ਸਾਨੂੰ ਚੌਂਕੜਾ ਮਾਰ ਲੱਗਿਆ ਕੋਈ ਦਿੱਕਤ ਨਹੀਂ ਆਉਂਦੀ, ਸਾਡੇ ਗੋਡੇ ਗਿੱਟੇ ਨਹੀਂ ਘੁੱਟਦਾ ਇਹ। ਤਾਂ ਕਰਕੇ ਜਦੋਂ ਸਾਡਾ ਸਰੀਰ ਬਿਲਕੁਲ ਖੁੱਲ੍ਹਾ ਹੋ ਕੇ ਬੈਠਾ ਹੋਏਗਾ, ਕੋਈ ਵੀ ਕੱਪੜਾ ਜਿਹੜਾ ਬਹੁਤ ਖੁੱਲ੍ਹਾ ਡੁੱਲਾ ਨਹੀਂ ਹੋਏਗਾ, ਉਹਦੇ ਵਿੱਚ ਅਸੀਂ ਜ਼ਿਆਦਾਤਰ ਕਦੀ ਵੀ ਵੇਖੋ ਅਸੀਂ ਨਹੀਂ ਬੈਠ ਸਕਦੇ। ਤੁਸੀਂ ਪਰਤਿਆ ਕੇ ਵੇਖ ਲੈਣਾ, ਜਿਹਨੂੰ ਆਪਾਂ ਨਾਈਟ ਸੂਟ ਕਹਿੰਦੇ ਹਾਂ, ਉਹ ਕੁੜਤਾ ਪਜਾਮਾ ਕਿਤੇ ਪਾ ਕੇ ਗੁਰਦੁਆਰੇ ਆ ਕੇ ਉਦੋਂ ਵੇਖਣਾ ਟਾਈਮ
ਤੇ ਜਦੋਂ ਅਸੀਂ ਕੋਈ ਬਹੁਤਾ ਟਾਈਟ ਕੱਪੜਾ ਪਾਇਆ ਹੋਏਗਾ ਉਦੋਂ ਆਪਣਾ ਟਾਈਮ ਦੇਖਣਾ ਕਿ ਅੱਜ ਮੈਂ ਵੱਧ ਟਾਈਮ ਬੈਠਾ ਜਾਂ ਬਾਅਦਾਂ ਜਦੋਂ ਉਹ ਕੱਪੜੇ ਪਾਏ ਸੀ ਉਦੋਂ ਜ਼ਿਆਦਾ ਟਾਈਮ ਮੇਰੇ ਤੋਂ ਬੈਠਾ ਹੋ ਗਿਆ। ਸਰੀਰ ਨੂੰ ਜਦੋਂ ਘੁੱਟਣ ਮਹਿਸੂਸ ਹੋਏਗੀ ਇਹਨਾਂ ਤਾਂ ਖੁੱਲ੍ਹਣਾ ਨਾ, ਕਿਉਂਕਿ ਸਰੀਰ ਨੂੰ ਘੁੱਟਣ ਮਹਿਸੂਸ ਨਹੀਂ ਹੋਏਗੀ, ਇਹਨੂੰ ਕਿਵੇਂ ਪਤਾ ਚੱਲੇਗਾ ਵੀ ਇਹਦੇ ਅੰਦਰ ਕਿਸੇ ਚੀਜ਼ ਦੀ ਘਾਟ ਹੈ। ਅਸੀਂ ਜਦੋਂ ਕਿਸੇ ਉਹਨਾਂ ਬਰਫੀਲੀਆਂ ਥਾਵਾਂ ਜਾਂਦੇ ਹਾਂ ਤੇ ਸਾਨੂੰ ਆਕਸੀਜਨ ਨਹੀਂ ਮਿਲਦੀ। ਇਹ ਵੀ ਗੱਲ ਮੈਂ ਸਾਧ ਸੰਗਤ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਬਹੁਤੇ ਲੋਕ ਪੜ੍ਹੇ ਲਿਖੇ ਬਹੁਤ ਪ੍ਰਭਾਵਿਤ ਕਰਨ ਵਾਸਤੇ ਪੰਜਾਬੀ ਜਦੋਂ ਸ਼ਬਦ ਆਪਾਂ ਪੜ੍ਹਦੇ ਹਾਂ ਨਾ, ਵੇਖੋ ਸ਼ਬਦ ਹੈ ਡਾਕਟਰ, ਇਹ ਅੰਗਰੇਜ਼ੀ ਸ਼ਬਦ ਹੈ, ਪਰ ਜਦੋਂ ਅਸੀਂ ਪੰਜਾਬੀ 'ਚ ਪੜ੍ਹਾਂਗੇ ਇਹਨੂੰ ਡਾਕਟਰ ਆਖਾਂਗੇ। ਹੁਣ ਜਿਹੜਾ ਬੰਦਾ ਡਾਕਟਰ ਆਖੇਗਾ ਅਨਪੜ੍ਹ ਥੋੜ੍ਹੀ ਹੋਇਆ, ਉਹ ਤਾਂ ਪੜ੍ਹਿਆ ਲਿਖਿਆ, ਇਹਨਾਂ ਨੂੰ ਪੰਜਾਬੀ ਪਤਾ ਹੈ। ਅੰਗਰੇਜ਼ੀ ਸ਼ਬਦ ਬੋਲੋਗੇ ਤਾਂ ਆਕਸੀਜਨ ਹੋਏਗਾ, ਜਦੋਂ ਅਸੀਂ ਪੰਜਾਬੀ 'ਚ ਬੋਲਾਂਗੇ ਇਹਨੂੰ ਪੜ੍ਹਾਂਗੇ ਆਕਸੀਜਨ, ਸ਼ਬਦ ਫਰਕ ਪੈ ਜਾਂਦਾ ਨਾ। ਜੇ ਆਪਾਂ ਆਕਸੀਜਨ ਆਖਾਂਗੇ ਤੇ ਜਿਹੜਾ ਨਵਾਂ ਬੰਦਾ ਜਿਹਨੇ ਅੰਗਰੇਜ਼ੀ ਦਾ ਕੁਝ ਜ਼ਿਆਦਾ ਹੀ ਪ੍ਰਭਾਵ ਸਿੱਖ ਲਿਆ, ਗ੍ਰਾਮਰ ਕੁਝ ਜ਼ਿਆਦਾ ਹੀ ਉਹਦੇ 'ਤੇ ਹਾਵੀ ਹੋ ਗਈ, ਦਿਮਾਗ ਉਲਟਾ ਹੀ ਚਲਾ ਦਿੱਤਾ, ਉਹ ਝੱਟ ਕਹਿ ਜਾਏਗਾ ਵੀ ਆਕਸੀਜਨ ਨਹੀਂ ਹੁੰਦੀ, ਆਕਸੀਜਨ ਨਹੀਂ ਹੁੰਦੀ, ਆਕਸੀਜਨ ਹੁੰਦੀ ਹੈ। ਬਾਬੇ ਨੂੰ ਪਤਾ ਨਹੀਂ ਹੋਣਾ, ਵਿਚਾਰਾ ਅਣਜਾਣ ਹੈ, ਸਿਰਫ ਕਥਾ ਹੀ ਕਰਨੀ ਜਾਣਦਾ, ਹੋਰ ਕੁਛ ਨਹੀਂ। ਇਸ ਕਰਕੇ ਅੰਗਰੇਜ਼ੀ ਸ਼ਬਦ ਅਤੇ ਪੰਜਾਬੀ ਸ਼ਬਦ ਦੇ ਵਿੱਚ ਥੋੜ੍ਹਾ ਜਿਹਾ ਫਰਕ ਪੈਂਦਾ ਹੈ। ਜਦੋਂ ਅਸੀਂ ਫਰਕ ਸਮਝਾਂਗੇ ਤਾਂ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਆਕਸੀਜਨ ਅਤੇ ਆਕਸੀਜਨ ਕਿਵੇਂ ਸ਼ਬਦਾਂ ਨੂੰ ਬਦਲਿਆ ਜਾਂਦਾ ਹੈ। ਇਵੇਂ ਕਰਕੇ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਤਾਂ ਸਾਨੂੰ ਕੁਝ ਗੱਲਾਂ ਸਹਿਜੇ ਹੀ ਸਮਝ ਆ ਸਕਦੀਆਂ। ਜਦੋਂ ਅਸੀਂ ਪੰਜਾਬੀ ਨੂੰ ਪੜ੍ਹਾਂਗੇ ਤਾਂ ਅਸੀਂ ਸਿੱਧਾ ਹੀ ਪੰਜਾਬੀ ਪੜ੍ਹਦੇ ਨਹੀਂ ਹਾਂ, ਊੜਾ ਐੜਾ ਪੜ੍ਹੇ ਉਹਨਾਂ ਦਾ, ਸਿੱਧਾ ਹੀ ਭੱਜ ਕੇ ਗੁਰਬਾਣੀ ਨੂੰ ਪੈ ਜਾਂਦੇ ਹਾਂ ਵੀ ਬਸ ਅੱਜ ਜਾ ਕੇ ਬਾਬਾ ਪ੍ਰਗਟ ਕਰ ਹੀ ਲੈਣਾ ਵਾ। ਜਿਹਦੇ ਨਾਲ ਸਾਨੂੰ ਕੀ ਹੁੰਦਾ, ਅਸੀਂ ਬਾਣੀ ਤੋਂ ਵੀ ਜਾਂਦੇ ਹਾਂ, ਸਿਹਾਰੀ ਬਿਹਾਰੀ ਦਾ ਉਚਾਰਨ ਕਰਨਾ ਨਹੀਂ ਆਉਂਦਾ, ਊੜੇ ਆੜੇ ਦੇ ਅੱਖਰਾਂ ਦੀ ਸਮਝ ਨਹੀਂ ਹੁੰਦੀ ਸਾਨੂੰ, ਜਿਹਦੇ ਕਰਕੇ ਸਾਨੂੰ ਬਾਣੀ ਬਹੁਤ ਹੀ ਜ਼ਿਆਦਾ ਗਲਤ ਪੜ੍ਹਦੇ ਹਾਂ ਅਤੇ ਗਲਤੀਆਂ ਵਿੱਚੋਂ ਰੱਬ ਤਾਂ ਪ੍ਰਗਟ ਹੋ ਨਹੀਂ ਸਕਦਾ। ਇਹ ਅਸੰਭਵ ਹੈ ਪਰਮਾਤਮਾ ਗਲਤੀ ਵਿੱਚੋਂ ਲੱਭ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਅਸੀਂ ਗੁਰੂ ਦਾ ਮੰਤਰ ਜਪਿਆ ਤੇ ਗੁਰੂ ਸਾਹਿਬ ਜੀ ਇੱਕ ਗੱਲ ਕਹਿੰਦੇ ਹੁੰਦੇ ਨੇ, ਉਹ ਕਹਿੰਦੇ ਵੇਖੋ ਜੇ 100 ਚੰਦਾ ਉਗਵੇ, ਜੇ 100 ਚੰਦਰਮਾ ਉਗ ਪਵੇ, ਸੂਰਜ ਚੜੇ ਹਜ਼ਾਰਾਂ ਸੂਰਜ ਆ ਜਾਣ, ਇੱਥੇ ਚਾਨਣ ਹੁੰਦਿਆਂ ਇੰਨਾ ਜ਼ਿਆਦਾ ਚਾਨਣ ਹੋਦੇ, ਸੂਰਜ ਤਾਂ ਇੱਕ ਮਾਨ ਨਹੀਂ ਹੈ, ਇੰਨੇ ਜ਼ਿਆਦਾ ਚਾਨਣ ਹੋ ਜਾਣ, ਭਾਵੇਂ ਕਿ ਗੁਰਬਾਣੀ ਨੇ ਸਪਸ਼ਟ ਕੀਤਾ ਹੈ ਸੂਰਜ ਇੱਕ ਨਹੀਂ ਹੈ, ਬਹੁਤ ਨੇ, ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ਼, ਇੱਕ ਨਹੀਂ ਹੈਗਾ। ਵਿਗਿਆਨ ਭਾਵੇਂ ਅੱਜ ਲੋਕ ਸਾਰੇ ਕਹੀ ਜਾਂਦੇ ਨੇ ਵੀ ਵਿਗਿਆਨ ਵੱਡੀ ਹੈ, ਰੱਬ ਵੱਡਾ ਨਹੀਂ, ਧਰਮ ਕੁਛ ਨਹੀਂ ਰੱਖਦਾ, ਇਹ ਧਰਮ ਦੇ ਵਿੱਚੋਂ ਹੀ ਗੱਲ ਕੀਤੀ। ਵਿਗਿਆਨ ਅੱਜ ਕਹਿੰਦੀ ਵੀ ਸੂਰਜ ਇੱਕ ਨਹੀਂ, ਸੂਰਜ ਬਹੁਤੇ ਨੇ। ਗੁਰੂ ਨਾਨਕ ਸਾਹਿਬ ਜੀ ਸਾਨੂੰ ਪਹਿਲਾਂ ਹੀ ਦੱਸ ਗਏ ਨੇ ਵੀ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ਼, ਕਈ ਚੰਦਰਮਾ ਨੇ, ਕਈ ਸੂਰਜ ਨੇ, ਛੋਟੇ ਵੱਡੇ ਸਾਰੇ ਮਿਲਾ ਕੇ। ਉਹ ਕਹਿੰਦੇ ਵੀ ਇੰਨੇ ਜ਼ਿਆਦਾ ਸੂਰਜ ਚੜ੍ਹ ਜਾਣ, ਇੰਨਾ ਜ਼ਿਆਦਾ ਚਾਨਣ ਹੋ ਜਾਵੇ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ, ਗੁਰੂ ਤੋਂ ਬਿਨਾਂ ਘੁੱਪ ਹਨੇਰਾ ਹੈ। ਅਤੇ ਗੁਰੂ ਸਾਡਾ ਕੀ ਹੈ? ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ ਸਾਰੇ ਕਹਿੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਪ੍ਰਗਟ ਹੋਣੇ ਚਾਹੀਦੇ ਨੇ, ਸਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਗਟ ਹੋਣੇ ਚਾਹੀਦੇ ਨੇ, ਪਰ ਗੁਰੂ ਨਾਨਕ ਸਾਹਿਬ ਜੀ ਸਾਨੂੰ ਬਾਰ-ਬਾਰ ਇੱਕੋ ਗੱਲ ਕਹਿੰਦੇ ਨੇ, ਜੇ ਤੂੰ ਪਰਮਾਤਮਾ ਨੂੰ ਮਿਲਣਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਅਸੀਂ ਪਹਿਲਾਂ ਹੀ ਵਿਚਾਰੇ ਆਂਗਣ ਭਰੇ ਸੀਗੇ, ਉਤੋਂ ਅਸੀਂ ਹੋਰ ਗੁਰੂ ਨਾਨਕ ਸਾਹਿਬ ਜੀ ਨੂੰ ਆਖੀ ਜਾਂਦੇ ਮਹਾਰਾਜ ਗੁਰੂ ਨਾਨਕ ਸਾਹਿਬ ਸਾਡੇ ਸਾਹਮਣੇ ਪ੍ਰਗਟ ਨਹੀਂ ਹੁੰਦੇ, ਪਰ ਆਪੇ ਅਸੀਂ ਪੜ੍ਹੀ ਜਾਂਦੇ ਹੁੰਦੇ ਹਾਂ ਕਿ ਪ੍ਰਗਟ ਗੁਰਾਂ ਕੀ ਦੇ। ਜੇ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਨਹੀਂ ਬਣਦਾ ਪਿਆ ਤੇ ਅਸੀਂ ਗੁਰੂ ਨਾਨਕ ਨੂੰ ਕਿਵੇਂ ਮਨਾ ਲਵਾਂਗੇ? ਗੁਰੂ ਨਾਨਕ ਨਾਲ ਕਿੱਥੋਂ ਬਣ ਜਾਏਗੀ? ਜੇ ਸਾਡਾ ਗੁਰੂ ਨਾਲ ਪਿਆਰ ਬਣਨਾ ਤਾਂ ਸਾਨੂੰ ਸ਼ਬਦ ਸਿੱਖਣਾ ਪੈਣਾ ਹੈ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਕੌਣ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੁਣ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਿੰਨਾ ਕੁ ਪੜ੍ਹਦੇ ਅਸੀਂ? ਕੋਈ ਵੀ ਨਹੀਂ ਪੜ੍ਹਦੇ, ਬਹੁਤਾ ਨਹੀਂ ਪੜ੍ਹਦੇ। ਜੇ ਪੜ੍ਹਾਂਗੇ ਤਾਂ ਸਾਨੂੰ ਗੁਰੂ ਨਾਨਕ ਸਾਹਿਬ ਦੀ ਖੁਸ਼ੀਆਂ ਮਿਲਣਗੀਆਂ। 10 ਪਾਤਸ਼ਾਹੀਆਂ ਦੀ ਜੋਤ ਹੈ, ਜੇ 10 ਪਾਤਸ਼ਾਹੀਆਂ ਦੀ ਜੋਤ ਹੈ, 10 ਪਾਤਸ਼ਾਹੀਆਂ ਦੀ ਸਾਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਜਿਵੇਂ ਪਾਣੀ ਦੇ ਨਾਲ ਘੜਾ ਬਣਾਇਆ ਜਾਂਦਾ ਅਤੇ ਘੜੇ ਨੂੰ ਜੇ ਪਾਣੀ ਨੂੰ ਠਹਿਰਾਉਣਾ ਹੋਵੇ, ਕੁੰਭੇ ਬੱਧਾ ਜਲ ਰਹੇ, ਜੇ ਪਾਣੀ ਨੂੰ ਠਹਿਰਾਉਣਾ ਤਾਂ ਸਾਨੂੰ ਘੜੇ ਵਿੱਚ ਸਮਾ ਕੇ ਰੱਖਣਾ, ਮਟਕਾ ਘੜੇ ਵਿੱਚ ਇੱਕ ਭਾਂਡੇ ਵਿੱਚ ਸਮਾ ਕੇ। ਕੱਚਾ ਭਾਂਡਾ ਜਿਹੜਾ ਨਾ ਉਹ ਮਿੱਟੀ ਦਾ ਬਣਦਾ। ਫਿਰ ਕਹਿੰਦੇ ਜਦੋਂ ਪਾਣੀ ਦਾ ਭਾਂਡਾ ਬਣਿਆ ਉਸ ਤੋਂ ਬਾਅਦ ਉਸ ਭਾਂਡੇ ਦੇ ਵਿੱਚ ਪਾਣੀ ਨੂੰ ਸਮਾ ਕੇ ਰੱਖਿਆ ਗਿਆ। ਇਵੇਂ ਕਰਕੇ ਕਹਿੰਦੇ ਨੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗਿਆਨ ਤੋਂ ਬਿਨਾਂ ਮਨ ਤਾਂ ਠਹਿਰ ਨਹੀਂ ਨਾ ਸਕਦਾ। ਗਿਆਨ ਕਾ ਬੱਧਾ ਮਨ ਰਹੇ। ਅੱਗੋਂ ਕੀ ਕਹਿੰਦੇ ਨੇ ਜੀ? ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੈ ਅਤੇ ਗਿਆਨ ਤੋਂ ਬਿਨਾਂ ਮਨ ਕਦੀ ਠਹਿਰ ਨਹੀਂ ਸਕਦਾ। ਹੋ ਹੀ ਨਹੀਂ ਸਕਦਾ ਕਿ ਮਨ ਸ਼ਾਂਤ ਹੋ ਜਾਵੇ, ਚੁੱਪ ਕਰਕੇ ਬੈਠ ਜਾਵੇ। ਗੁਰਬਾਣੀ ਕਹਿੰਦੀ ਲਾ ਲਓ ਜਿੰਨਾ ਜ਼ੋਰ ਲੱਗਦਾ, ਜਿੰਨਾ ਵੀ ਲਾ ਸਕਦੇ ਹਾਂ,
ਭਾਵੇਂ ਆਪਾਂ ਕੰਨ ਪਕੜ ਕੇ ਮੱਥਾ ਟੇਕ ਲਈਏ, ਭਾਵੇਂ ਹੱਥ ਖੁੱਲੇ ਕਰਕੇ, ਭਾਵੇਂ ਹੱਥ ਮੂਧੇ ਕਰਕੇ, ਭਾਵੇਂ ਗੋਡੇ ਇੱਕ ਗੋਡਾ ਠਾਂ ਕਰਕੇ ਇੱਕ ਥਾਂ ਕਰਕੇ ਯਤਨ ਕਰ ਲਓ ਵੱਖ-ਵੱਖ, ਭਾਵੇਂ ਡੰਡੌਤ ਬੰਦਨ ਡੰਡੇ ਵਾਂਗੂ ਲੰਮਾ ਸਿੱਧਾ ਪੈ ਕੇ। ਆਖਰਕਾਰ ਗੱਲ ਇੱਥੇ ਆਣ ਕੇ ਮੁੱਕਣੀ ਵੀ ਸ਼ਬਦ ਦੇ ਵਿੱਚੋਂ ਖੋਜਿਆ ਕਿੰਨਾ ਕੁ ਹੈ। ਜੇ ਸ਼ਬਦ ਨਹੀਂ ਹੈਗਾ ਤੇ ਕੁਛ ਵੀ ਨਹੀਂ ਹੈਗਾ। ਸ਼ਬਦ ਕੀ ਹੈ? ਸ਼ਬਦ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ। ਜੇ ਬਾਣੀ ਨਹੀਂ ਹੈਗੀ ਤਾਂ ਕੁਛ ਵੀ ਨਹੀਂ ਹੈਗਾ, ਸਾਰਾ ਕੁਛ ਬਾਣੀ ਦੇ ਵਿੱਚ ਹੈ। ਮਹਾਰਾਜ ਜੀ ਕਹਿੰਦੇ ਨੇ ਜਦੋਂ ਅਸੀਂ ਗੁਰੂ ਦਾ ਨਾਮ ਜਪਿਆ, ਸੋਈ ਸਤ ਸਤ ਹੈ ਸੋਏ, ਸਾਨੂੰ ਸਮਝ ਆਈ ਕਿ ਪਰਮਾਤਮਾ ਸੱਚਾ ਹੈ, ਹੋਰ ਕੁਝ ਵੀ ਸੱਚ ਨਹੀਂ ਹੈ। ਕਬੀਰ ਮੇਰਾ ਤੇਰਾ ਸਭ ਕੁਛ ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ। ਕਹਿੰਦੇ ਜਦੋਂ ਤੇਰਾ ਤੈਨੂੰ ਸੌਂਪ ਦਿੱਤਾ, ਮੇਰਾ ਕੀ ਹੈ। ਇੱਥੋਂ ਤੱਕ ਜਿਹੜੀ ਸਾਡਾ ਜ਼ੁਬਾਨ ਮੇਰਾ ਤੇਰਾ ਕਰਦੀ ਪਈ ਹੈ ਨਾ, ਇਹ ਵੀ ਸਾਡੀ ਨਹੀਂ ਹੈਗੀ, ਕਿਉਂਕਿ ਜੇ ਸਾਡੀ ਹੁੰਦੀ ਤੇ ਅਸੀਂ ਕਦੀ ਇਹਨੂੰ ਮਰਨ ਹੀ ਨਾ ਦਿੰਦੇ। ਗੁਰਬਾਣੀ ਇੱਕ ਗੱਲ ਕਹਿੰਦੀ, ਕਹਿੰਦੇ ਚਲੋ ਬਣ ਗਿਆ ਡਾਕਟਰ, ਤੂੰ ਬਹੁਤ ਵਧੀਆ ਵੈਦ ਬਣ ਗਿਆ, ਚੰਗਾ ਪੜ੍ਹਾਈ ਕਰ ਲਈ, ਹਰ ਇੱਕ ਮਰਜ਼ ਦੀ ਦਵਾਈ ਤੇਰੇ ਕੋਲ ਹੈ। ਕੋਈ ਰੋਗ ਫੁੱਟਦਾ ਤੂੰ ਝੱਟ ਦਵਾਈ ਖਾ ਲੈਣਾ, ਠੀਕ ਹੋ ਜਾਣਾ। ਜਰਾ ਕਿ ਜਿੰਨਾ ਕੋਈ ਦਰਦ ਹੋਇਆ ਦਵਾਈ ਖਾਧੀ ਤੂੰ ਝੱਟ ਠੀਕ ਹੋ ਗਿਆ, ਤੂੰ ਤਾਂ ਬਹੁਤ ਵਧੀਆ ਡਾਕਟਰ ਬਣ ਗਿਆ। ਹੁਣ ਕਹਿੰਦੇ ਉਹ ਵੈਦ ਬਣ ਕੇ ਉਹ ਕਹਿੰਦਾ ਵੀ ਗੱਲ ਬਣ ਗਈ, ਮੈਨੂੰ ਮੌਤ ਆ ਹੀ ਨਹੀਂ ਸਕਦੀ। ਵੈਦ ਕਹੇ ਹਉ ਹੀ ਭਲਾ। ਕਹਿੰਦੇ ਵੈਦ ਕਹਿੰਦਾ ਵੀ ਮੈਂ ਚੰਗਾ ਹਾਂ, ਕੋਈ ਮੈਨੂੰ ਵਿਘਨ ਪਏਗਾ ਆਪਾਂ ਝੱਟ ਦਵਾਈ ਖਾਣੀ ਹੈ, 9/9 ਸਿੱਧੇ ਹੋ ਜਾਾਂਗੇ, ਭੱਜੇ ਫਿਰਾਂਗੇ। ਫਿਰ ਕਹਿੰਦੇ ਨੇ ਆਖਰਕਾਰ ਰੱਬ ਨੇ ਉਹ ਘੜੀਆਂ ਲਿਆ ਹੀ ਦਿੱਤੀਆਂ ਜਿੱਦਣ ਬੰਦਾ ਕਹਿੰਦਾ ਸੀ ਵੀ ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾਇਆ। ਕਿ ਜਦੋਂ ਕਹਿੰਦੇ ਨੇ 3.5 ਮਣ ਦੇਰੀ ਚੱਲੇ ਪਾਣੀ ਅੰਨ, ਗੁਰਬਾਣੀ ਕਹਿੰਦੀ ਹੈ ਨਾ, ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ। ਕੰਨ ਕਿਹਨੂੰ ਕਹਿੰਦੇ ਨੇ? ਮੋਢਿਆਂ ਨੂੰ ਕਹਿੰਦੇ ਨੇ। ਕੰਧਾ 4 ਜਣਿਆਂ ਦੇ ਕੰਧਿਆਂ ਦੇ ਉੱਪਰ। ਪੰਜਾਬੀ ਦਾ ਸ਼ਬਦ ਸਮਝਣਾ ਬਹੁਤ ਹੀ ਸੌਖਾ ਹੈ, ਪਰ ਪੰਜਾਬੀ ਨਾਲ ਸਾਨੂੰ ਨਫ਼ਰਤ ਹੈ, ਕਿਉਂਕਿ ਇਹ ਪੰਜਾਬੀ ਅਨਪੜ੍ਹਾਂ ਦੀ ਬੋਲੀ ਹੈ, ਪੜ੍ਹਿਆਂ ਲਿਖਿਆਂ ਦੀ ਤਾਂ ਹੈ ਨਹੀਂ। ਪੜ੍ਹਿਆਂ ਲਿਖਿਆਂ ਦੀ ਅੰਗਰੇਜ਼ੀ ਗ੍ਰਾਮਰ ਵਧੀਆ ਬਹੁਤ ਤਰੀਕੇ ਦੇ ਨਾਲ, ਹੈ ਨਾ। ਇਸੇ ਕਰਕੇ ਗੁਰਬਾਣੀ ਨੇ ਆਖਿਆ ਵੀ ਜਦੋਂ ਅਸੀਂ ਬਾਣੀ ਨੂੰ ਪੜ੍ਹਾਂਗੇ ਵਿਚਾਰਾਂਗੇ ਤਾਂ ਸਾਨੂੰ ਸਮਝ ਆਏਗੀ, ਪਤਾ ਲੱਗ ਗਿਆ ਵੀ ਪ੍ਰਮਾਤਮਾ ਸੱਤ ਹੈ। ਸਿਮਰ ਸਿਮਰ ਰੱਖ ਕੰਠ ਪਰੋਏ। ਕੰਠ ਕਹਿੰਦੇ ਨੇ ਜੀ ਗਲੇ ਨੂੰ। ਕਹਿੰਦੇ ਜਿਵੇਂ ਹਾਰ ਪਰੋ ਕੇ ਰੱਖਦਾ ਨਾ, ਸੋਨੇ ਚਾਂਦੀ ਦਾ ਹਾਰ ਗਲ ਦੇ ਵਿੱਚ ਪਰੋ ਕੇ ਰੱਖਦਾ, ਕਿ ਰੱਬ ਦੇ ਨਾਮ ਨੂੰ ਵੀ ਇੱਦਾਂ ਪਰੋ ਕੇ ਰੱਖਿਆ ਗਲ ਦੇ ਵਿੱਚ। ਪਰਮਾਤਮਾ ਦੇ ਨਾਮ ਨੂੰ ਵੀ ਕਦੀ ਯਾਦ ਕੀਤਾ, ਕਦੀ ਵਾਹਿਗੁਰੂ ਨੂੰ ਵੀ ਆਪਣੇ ਗਲੇ ਦੇ ਵਿੱਚ ਪਰੋ ਕੇ ਰੱਖਿਆ, ਕਿਉਂਕਿ ਜਿਹੜੀ ਚੀਜ਼ ਗਲੇ ਦੇ ਵਿੱਚ ਹੋਏਗੀ ਉਹਨੂੰ ਬਾਰ-ਬਾਰ ਹੱਥ ਲੱਗਦਾ ਹੈ। ਤੁਸੀਂ ਸਾਧ ਸੰਗਤ ਕਿਤੇ ਵੀ ਪਰਤਾ ਕੇ ਵੇਖੋ, ਜਿਹੜੀ ਚੀਜ਼ ਗਲ ਦੇ ਵਿੱਚ ਪਾਈ ਹੋਏਗੀ ਨਾ, ਕਿਸੇ ਨੇ ਵੀ ਕੋਈ ਚੈਨ ਗਾਨੀ ਪਾਈ ਹੋਵੇ, ਬਾਰ-ਬਾਰ ਅਸੀਂ ਉਹਨੂੰ ਹੱਥ ਲਾਉਣੇ ਆ। ਕਿੰਨਾ ਚੰਗਾ ਹੋਏਗਾ ਜਦੋਂ ਵਾਹਿਗੁਰੂ ਸਾਡੇ ਗਲੇ 'ਚ ਉਤਰੇਗਾ ਤੇ ਅਸੀਂ ਬਾਰ-ਬਾਰ ਉਹਨੂੰ ਜਪਾਂਗੇ ਹੀ ਜਪਾਂਗੇ। ਹੋ ਹੀ ਨਹੀਂ ਸਕਦਾ ਕਿ ਬੰਦਾ ਵਾਹਿਗੁਰੂ ਨੂੰ ਭੁੱਲੇ, ਹੋ ਹੀ ਨਹੀਂ ਸਕਦਾ। ਜਦੋਂ ਸਾਡੇ ਗਲੇ ਦੇ ਵਿੱਚ ਵਾਹਿਗੁਰੂ ਹੋਏਗਾ, ਵਾਹਿਗੁਰੂ ਜਪਜੀ ਸਾਹਿਬ ਜੀ ਦਾ ਪਾਠ ਹੋਏਗਾ, ਤੇ ਜਪਜੀ ਸਾਹਿਬ ਜੀ ਦਾ ਪਾਠ ਅਸੀਂ ਭੁੱਲਾਂਗੇ ਨਹੀਂ। ਅਸੀਂ ਜਦੋਂ ਵੀ ਕੋਈ ਦੁਰਘਟਨਾ, ਜਦੋਂ ਵੀ ਕੋਈ ਦੁੱਖ ਕਲੇਸ਼ ਆਏਗੀ, ਝੱਟ ਜਪਜੀ ਸਾਹਿਬ ਦਾ ਗਲੇ ਦੇ ਵਿੱਚੋਂ ਪਾਠ ਕਰ ਸਕਦੇ ਹਾਂ। ਇੱਥੋਂ ਤੱਕ ਅਸੀਂ ਲੈ ਕੇ ਨਹੀਂ ਆਉਂਦੇ। ਮਹਾਰਾਜ ਜੀ ਕਹਿੰਦੇ ਪਰੋ ਕੇ ਰੱਖ, ਜਿਵੇਂ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ। ਕਹਿੰਦੇ ਰੱਬ ਦੇ ਪਿਆਰਿਆਂ ਨੇ ਕਰਾਂ ਨੂੰ ਕਹਿੰਦੇ ਨੇ ਉਂਗਲਾਂ ਨੂੰ। ਕੋਈ ਵੀ ਚੀਜ਼ ਅਸੀਂ ਯਾਦ ਕਰਨੀ ਹੋਵੇ ਤੇ ਅਸੀਂ ਉਂਗਲਾਂ ਤੇ ਉਹਨੂੰ ਗਿਣਤੀ ਮਿੰਤੀ ਕਰਦੇ ਹਾਂ। ਕਹਿੰਦੇ ਤੂੰ ਕਿਉਂ ਨਹੀਂ ਉਂਗਲਾਂ ਤੇ ਐਂ ਕਰਕੇ ਰਿਪੀਟ ਕੀਤਾ ਵੀ ਜਪਜੀ ਸਾਹਿਬ ਦਾ ਪਾਠ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ। ਰੱਬ ਦੇ ਨਾਮ ਨੂੰ ਉਂਗਲਾਂ ਤੇ ਰਿਪੀਟ ਕੀਤਾ ਹੋਇਆ। ਕਿੱਥੇ ਰਿਪੀਟ ਕੀਤਾ ਹੋਇਆ? ਬੰਦੇ ਨੂੰ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੱਕ ਸ਼ੁੱਧ ਨਹੀਂ ਉਚਾਰਨ ਕਰਨਾ ਆਉਂਦਾ। ਜਪਜੀ ਸਾਹਿਬ ਤਾਂ ਗੱਲ ਹੀ ਬਹੁਤ ਵੱਡੀ ਹੈ। ਇੱਕ ਓਂਕਾਰ ਨਹੀਂ ਕਹਿਣਾ ਆਉਂਦਾ ਸਾਨੂੰ, ਇੱਕ ਓਂਕਾਰ ਕਹਿਣਾ ਹੀ ਬਹੁਤ ਕਠਿਨ ਲੱਗਦਾ ਕਈਆਂ ਨੂੰ। ਉਸ ਤੋਂ ਬਾਅਦ ਬਾਣੀ ਬੜੀ ਔਖੀ ਹੈ। ਭੱਟ ਸਾਹਿਬਾਨਾਂ ਦੇ ਸਵਈਏ ਆਉਂਦੇ, ਭਗਤਾਂ ਦੀ ਬਾਣੀ ਆਉਂਦੀ ਹੈ, ਉਹ ਬਹੁਤ ਕਠਿਨ ਹੈ। ਜਿਹੜੇ ਪਾਠੀ ਸਿੰਘ ਬਹੁਤ ਸਿੱਖੇ ਹੋਏ ਹੁੰਦੇ ਨਾ ਸਾਧ ਸੰਗਤ, ਉਹ ਵੀ ਅੜ ਜਾਂਦੇ ਕਈ ਵਾਰੀ। ਤੁਸੀਂ ਹੁਣ ਮੇਰੇ ਤੋਂ ਸ਼ਬਦ ਸੁਣ ਹੀ ਰਹੇ ਹੋ, ਕਈ ਯਾਰ ਵਿੱਚੋਂ ਮੈਨੂੰ ਵੀ ਪੜ੍ਹਨੇ ਔਖੇ ਹੋ ਜਾਂਦੇ, ਕਿ ਕਿਤੋਂ ਚੱਲਦੀ ਜ਼ੁਬਾਨ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਇੱਕਦਮ ਕੱਢ ਕੇ ਲਿਆਉਣਾ ਬੜਾ ਔਖਾ ਹੁੰਦਾ। ਜਿਹਨੂੰ ਪੜ੍ਹਨਾ ਹੀ ਨਹੀਂ ਆਉਂਦਾ ਉਹ ਕਿਵੇਂ ਕਰ ਲਵੇਗਾ ਇਹਨਾਂ ਨੂੰ ਸਹੀ, ਕਿਵੇਂ ਇਹਨਾਂ ਨੂੰ ਸਫਲਿਆਂ ਕਰ ਲਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਹੋ ਨਾਨਕ ਕੌਣ ਉਹ ਕਰਮਾ। ਕਹਿੰਦੇ ਤੈਨੂੰ ਕਰਮ ਕਰਨ ਦੀ ਲੋੜ ਹੀ ਕੋਈ ਨਹੀਂ ਹੈ। ਜਦੋਂ ਤੂੰ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਵਸਾ ਲਿਆ, ਜਾ ਕੇ ਮਨ ਵਸਿਆ ਹਰ ਨਾਮ। ਜਦੋਂ ਰੱਬ ਦਾ ਨਾਮ ਹੀ, ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਵਸ ਗਿਆ, ਫਿਰ ਕੋਈ ਕਰਮ ਕਰਨ ਦੀ ਤੈਨੂੰ ਕੋਈ ਵੀ ਲੋੜ ਨਹੀਂ ਪੈਣੀ। ਮਹਾਰਾਜ ਜੀ ਕਹਿੰਦੇ ਨੇ ਨਾ, ਕਿੰਨਾ ਸਮਾਂ ਹੋ ਗਿਆ, ਕਿੰਨੇ ਕਰਮ ਕਰਕੇ ਵੇਖ ਲਿਆ ਅਸੀਂ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੰਗਮ ਸਾਦੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਣਾ ਜਾਈ, ਮੈਂ ਕੀਏ ਕਰਮ ਅਨੇਕਾਂ। ਅਨੇਕਾਂ ਕਰਮ ਕਰਕੇ ਹਾਰ ਚੁੱਕਿਆ। ਮਹਾਰਾਜ ਜੀ ਕਹਿੰਦੇ ਨੇ ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ
ਹਾਰ ਕੇ ਨਾ स्वामी अगे अरदास की, गुरु नानक साहब जी दे वांगू। गुरु नानक साहब जी कहते ने गुरा एक दे बुझाई। एक महाराज जी समझ दिओ, समझ की है सबना जियां का एक दाता, सो मैं विसर ना जाई। भाई गुरदास जी एक गल बड़ी सोहनी समझाउंदे ने। वो कहते ने कि किसी नूं रस्ता पुछया भी, उन्हें सानू रस्ता दस्सिया भी, पर असीं तुरे नहीं। फिर हुण मंजिल ते किवें पहुंचांगे? पर गल्लां नाल तां जाया नहीं ना जा सकदा, गल्लां नाल नहीं जाया जा सकदा। कुछ तां करना पैगा ना, सानू कुछ उद्यम करना पैगा, सानू चलना तां पैना ही है। भाई गुरदास जी कहते ने जिवें पूछत पथक ते मार्ग ना धारे पग। किसी नूं रस्ता पुछिया, उन्हें दस्सिया भी ये रस्ते तो जाना, अगे तैनूं मंजिल प्राप्त हो जाएगी, पर वो बंदा चलिया नहीं। पूछत पथक ते मार्ग ना धारे पग, प्रीतम के देश कैसे बातन से जाइए। गल्लां नाल बंदा पहुँच सकता है। गुरबाणी भी एक गल कहती, कहती गली सैल उठावत चाहे। बंदा ना गल्लां नाल पत्थर चुकना चाहुंदा है, गल्लां नाल पत्थर चुकना चाहता। गली सैल उठावत चाहे, गल्लां नाल पत्थर चुकना चाहुंदा, वो उहां ही है धरे। कहते हो ही नहीं सकता बंदा गल्लां करके पत्थर चुक लवे, वो उत्थे दे उत्थे रहिंदे ने, पए रहिंदे ने, वो उहां ही है धरे। इवें करके कहते ने प्रीतम किस देश कैसे बातन से जाइए। पूछते है वैद खात औखद ना संयम से। वैद नूं पुछया भी मेरे अंदर रोग लगा, उन्हें दवाई दिती, उन्हें कुछ रहत दवाई दिती ते नाल उन्हें कुछ रहत भी दिती भी आ चीज़ां खट्टा मिठा जिहड़ा तू नहीं खाना। पर कहंदे इन्हें खाधा, चोरी चोरी खा लिया, किते किते खा लिया। जदों खाधा वो रोग खत्म ना होया ते इन्हें जाके वैद नूं आख दिता, जाके लामा दिता। कहंदे तेरी दवाई ने भोरा काम नहीं कीता। लड़ाकू बंदा इदां ही बोलदा ना कि भोरा दवाई ने काम नहीं किया, डॉक्टर साहब बहुत परेशान आ, कुछ गल तो बन नहीं रही, इन्ना चिर हो गया तुहाडी दवाई ने असर नहीं किया। कुछ वो कहंदा भी किते विआह शादी गया सी, कहंदे गए सीगे, कुछ खाधा, कहंदे बस दोस्तां च बैठे सीगे, जबरदस्ती उन्होंने कुछ इन्ना क खवा दिता, इन्ने क ना रोग बन जांदा है ना। जदों कोई बंदा दारू पीण लगदा की कहंदा है, इन्ने तो शुरू कीती सी बोतल ते आ गए हैं, इन्ने तो शुरू कीती सी ना बोतल ते आ गए हैं। हुण इन्ने तो शुरू करदा बंदा ते वड्डे वड्डे रोग जिहड़े ने वो सेड़ लैंदा है। कहंदे कैसे मिटे रोग, दसो किवें रोग मिटे हुण उस बंदे दा, सुख सहज समाइए, उहदी जिंदगी किवें सुख सहज दे विच आ सके। इवें करके कहंदे ने गुरु दे शब्द तो बिना किते परमात्मा दे भरदा जिहड़ा ना वो दरवाजा सानूं मिल ही नहीं सकदा। परमात्मा दे घर दा कहंदे ने गाए सुने आखे मिचे पाइए ना परम पद। असीं गाया भी, सुनिया भी, अखां भी बंद कीतियां। हुण इस तो वध तां उदाहरण कोई हो ही नहीं सकदी। गाए सुने आखे मिचे, अखां भी बंद कीतियां, गाया भी सुनिया भी, पर कहंदे ने गाए सुने आखे मिचे पाइए ना परम पद। इदां कोई परम पदवी नहीं प्राप्त हुंदी। अखां मिटण दे नाल ते कल्ला ढोलकियां कुੱਟਣ दे नाल कदी रब मिल जांदा। गुरबाणी ने स्पष्ट कीता है, कहंदे ने कोई गावे रागी नादी बेदी बहु भांत कर, नहीं हर हर भीजै राम राजे। कईयां ने रागां दे नाल बेदां दे नाल बहुत चमटे खड़काए, पर कहंदे रब खुश नहीं होया। कोई गावे रागी नादी बेदी बहु भांत कर, नहीं हर हर भीजै राम राजे। जिन अंदर कपट विकार है तिन रोए क्या कीजे। जिन्हां दे अंदर कपट होवे उन्हां दा रोना की करेगा। गुरबाणी ने स्पष्ट किया है भी वो बंदे रो ही रहे ने, कुछ लाभ नहीं रह रहा। जिन अंदर कपट विकार है, जिन्हां दे अंदर विकार चलते होण, कपट दे भरे पे होण, कुट्टी जो ढोलकियां की मिलेगा। महाराज जी कहते रो ही रहे हो, होर तां कुछ लाभ नहीं हो रहा। तिन्ना रोए क्या कि जे उन्हां दा रोना सफल नहीं हैगा, उन्हां दा रोना किसी भी प्रकार नाल सफल नहीं हैगा जिन्हां दे अंदर कपट है। गुरबाणी कहती है हर हर करे नित कपट कमावे, हिरदा शुद्ध ना होई। रब रब वाहिगुरू वाहिगुरू भी कीता ते कपट भी कीते, इदां गल नहीं बनदी हुंदी। इदां तां परमात्मा खुश नहीं ना हो सकदा। हर जन ऐसा चाहिए जैसा हर ही होए। परमात्मा स्पष्ट है, परमात्मा कपट नहीं है। कपट वो करदा है ਜਦੋਂ ਅਸੀਂ ਲੋਕੇ ਕਰਦੇ ਹਾਂ, ਤੇ परमात्मा ਨੂੰ ਕੀ ਲੋੜ ਪਈ ਹੈ ਕੁਝ ਲੋਕੇ ਕਰਨ ਦੀ। परमात्मा स्पष्ट रूप ਦੇ ਵਿੱਚ ਕਰਦਾ ਹੈ, स्पष्ट ਸ਼ਰੇਆਮ ਕਰਦਾ, ਕਿਸੇ ਤੋਂ ਡਰਦਾ ਨਹੀਂ ਹੈ, ਨਿਰਭਉ ਨਿਰਵੈਰ ਹੈ। ਬੰਦਾ स्पष्ट नहीं हैगा, ਬੰਦਾ ਕੋਈ ਵੀ ਔਗਣ ਕਰਦਾ ਹੈ ਲੋਕੇ ਕਰਦਾ ਹੈ। ਮਹਾਰਾਜ ਜੀ ਕਹਿੰਦੇ ਨੇ ਇਵੇਂ ਕਰਕੇ ਜਿਹੜੇ ਬੰਦੇ ਦੇ ਅੰਦਰ ਕਪਟ ਹੈ ਉਹਦਾ ਗਾਵਿਆ ਸੁਣਿਆ ਕਿਸੇ ਥਾਂ ਨਹੀਂ ਪੈ ਸਕਦਾ। ਰੱਬ ਅੱਗੇ ਅਰਦਾਸ ਸਾਨੂੰ ਕਰਨੀ ਚਾਹੀਦੀ ਹੈ ਕਿ ਮਹਾਰਾਜ ਤੂੰ ਹੀ ਕੁਝ ਕਰ ਸਕਦਾ ਨਾ। ਹੁਣ ਸਾਡੇ ਹੱਥ ਵਿੱਚ ਨਹੀਂ ਹੈ, ਅਸੀਂ ਇੰਨੇ ਜੋਗੇ ਨਹੀਂ ਹੈਗੇ ਕਿ ਕੁਝ ਕਰ ਸਕੀਏ, ਕੁਝ ਲਾਭ ਲੈ ਸਕੀਏ, ਪਰ ਤੂੰ ਤਾਂ ਸਾਡੇ ਉੱਪਰ ਕਿਰਪਾ ਕਰ ਸਕਦਾ ਨਾ। ਮਹਾਰਾਜ ਜੀ ਪੁੱਛਿਆ ਜਪਜੀ ਸਾਹਿਬ ਦੀ, ਮਹਾਰਾਜ ਜੀ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੈ
ਪਾਲ ਮਹਾਰਾਜ ਜੀ ਕਿਵੇਂ ਸਚਿਆਰ ਹੋਈਏ, ਤਰਲੇ ਮਾਰ ਮਾਰ ਕੇ ਥੱਕ ਗਏ ਆ। ਗੁਰੂ ਸਾਹਿਬ ਜੀ ਨੇ ਫਿਰ ਸਾਨੂੰ ਇੱਕ ਹੋਰ ਗੱਲ ਦੱਸੀ। ਉਹ ਕਹਿੰਦੇ ਤੇਰੇ ਵਿੱਚ ਬਹੁਤੀ ਦੂਰੀ ਨਹੀਂ ਹੈਗੀ, ਤੈਨੂੰ ਲੱਗਦਾ ਨਾ ਰੱਬ ਸਾਡੇ ਤੋਂ ਬੜਾ ਦੂਰ ਹੈਗਾ। ਤਿਤਲੀ ਦਾ ਇੱਕ ਖੰਭ ਹੈ ਨਾ, ਬੜਾ ਨਾਜ਼ੁਕ ਹੁੰਦਾ, ਬੜਾ ਹੀ ਨਾਜ਼ੁਕ। ਉਹਨੂੰ ਹੱਥ ਲਾਓਗੇ ਨਾ, ਉਹਦੇ ਜਿਹੜੇ ਖੰਭ ਹੁੰਦੇ ਨੇ, ਉਹਨਾਂ ਖੰਭਾਂ ਦੇ ਵਿੱਚੋਂ ਜਿਹੜਾ ਉਹ ਲੱਗਾ ਹੁੰਦਾ ਨਾ, ਉਹਦੇ ਖੰਭਾਂ ਦੇ ਵਿੱਚੋਂ ਹੱਥ ਨੂੰ ਲੱਗ ਜਾਂਦਾ ਉਹ ਜਾਲਾ ਜਿਹੜਾ ਹੁੰਦਾ ਨਾ, ਜਾਂ ਰੰਗ ਜਿਹੜਾ ਹੁੰਦਾ ਹੈ, ਉਹ ਜਿਹੜਾ ਖੰਭਾਂ 'ਚ ਰੰਗ ਭਰਿਆ ਹੁੰਦਾ ਹੈ, ਉਹ ਰੰਗ ਵੀ ਹੱਥਾਂ ਨੂੰ ਲੱਗ ਜਾਂਦਾ ਹੈ ਅਤੇ ਉਹ ਕਈ ਵਾਰੀ ਖੰਭ ਵੀ ਭੁਰ ਜਾਂਦਾ। ਇੰਨਾ ਪਤਲਾ ਜਿਹੜਾ ਨਾ ਸਾਡੇ 'ਤੇ ਪਰਮਾਤਮਾ ਦੇ ਵਿੱਚ ਹਉਮੈ ਦਾ ਜਿਹੜਾ ਪੜਦਾ ਕੋਈ ਬਹੁਤਾ ਵੱਡਾ ਨਹੀਂ ਹੈ। ਭੰਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਰਾਇਓ। ਕਹਿੰਦੇ ਭੰਬੀਰੀ ਭਾਵ ਕਿ ਤਿਤਲੀ ਦੇ ਪੜਦੇ ਖੰਭ ਜਿੰਨਾ ਮੇਰੇ ਤੇ ਪਰਮਾਤਮਾ ਦੇ ਵਿੱਚ ਪੜਦਾ ਹੈ, ਬਿਨ ਪੇਖੇ ਦੁਰਾਇਓ, ਕਿਉਂਕਿ ਅਸੀਂ ਵੇਖ ਨਹੀਂ ਰਹੇ ਹਾਂ। ਜਿੰਨਾ ਚਿਰ ਵੇਖ ਨਹੀਂ ਰਵਾਂਗੇ, ਵੇਖਾਂਗੇ ਨਹੀਂ, ਉਹਨਾਂ ਚਿਰ ਦੂਰੀ ਬਣੀ ਹੀ ਰਹੇਗੀ। ਅਤੇ ਵੇਖਣ ਵਾਸਤੇ ਸਾਨੂੰ ਕੋਲ ਐਡੀਆਂ ਅੱਖਾਂ ਤਾਂ ਹੈਗੀਆਂ ਨਹੀਂ ਵੀ ਅਸੀਂ ਆਪਣੇ ਆਪ ਹੀ ਪਰਮਾਤਮਾ ਨੂੰ ਮਿਲ ਸਕੀਏ। ਸਤਿਗੁਰੂ ਜੀ ਕਹਿੰਦੇ ਨੇ ਜੇ ਤੂੰ ਪਰਮਾਤਮਾ ਨੂੰ ਪ੍ਰਾਪਤ ਕਰਨਾ ਤੇ ਤੈਨੂੰ ਗੁਰੂ ਦੇ ਸ਼ਬਦ ਦਾ ਸਹਾਰਾ ਲੈਣਾ ਹੀ ਪਏਗਾ। ਹੁਕਮ ਰਜਾਏ ਚੱਲਣਾ ਨਾਨਕ ਲਿਖਿਆ ਨਾਲ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦੇਹ ਰੋਗਤਾ ਦੀਆਂ ਦਾਤਾਂ, ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ। ਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਕਿਰਪਾ ਕਰੋ, ਬੜਾ ਸਮਾਂ ਹੋ ਗਿਆ ਸਾਨੂੰ ਚੱਖ ਮਾਰਦਿਆਂ ਨੂੰ, ਐਵੇਂ ਉਮਰ ਬਤੀਤ ਨਾ ਕਰੀਏ ਅਸੀਂ ਆਪਣੀ, ਕਿਉਂਕਿ ਸਾਡੀ ਜਿਹੜੀ ਜ਼ਿੰਦਗੀ ਦੀਆਂ ਘੜੀਆਂ ਨੇ ਸਾਧ ਸੰਗਤ, ਸਮਾਂ ਬਹੁਤ ਕੀਮਤੀ ਸਾਡੇ ਕੋਲ, ਇੱਕ ਇੱਕ ਪਲ ਬੜਾ ਕੀਮਤੀ ਹੈ ਅਤੇ ਇਹਨੂੰ ਐਵੇਂ ਹੀ ਗਵਾਈ ਜਾਈਏ ਇਹ ਸ਼ੋਭਾ ਨਹੀਂ ਦਿੰਦਾ। ਜੇ ਬਾਣੀ ਪੜ੍ਹਨੀ ਹੈ ਤਾਂ ਘੱਟੋ ਘੱਟ ਥੋੜ੍ਹੀ ਜਿਹੀ ਸਿੱਖ ਕੇ ਪੜ੍ਹ ਲਈਏ, ਮਿਹਨਤ ਕਰੀਏ, ਕਿਸੇ ਦੇ ਅੱਗੇ ਤਰਲਾ ਮਿਹਨਤ ਕਰੀਏ ਵੀ ਸਾਨੂੰ ਬਾਣੀ ਸਿਖਾ ਦਿਓ, ਸਾਡੇ ਉੱਪਰ ਕਿਰਪਾ ਕਰ ਦਿਓ, ਅਸੀਂ ਬਾਣੀ ਸਿੱਖ ਲਈਏ। ਪਾਠ ਸਿੱਖ ਕੇ ਕਰੋ, ਐਵੇਂ ਗਲਤ ਕਰਕੇ ਪਾਪਾਂ ਦੇ ਭਾਗੀ ਨਾ ਬਣੀਏ। ਗੁਰੂ ਅੱਗੇ ਬੇਨਤੀ ਕਰੀਏ, ਸਤਿਗੁਰੂ ਜੀ ਜ਼ਰੂਰ ਸਾਡੀ ਬੇਨਤੀ ਨੂੰ ਸੁਣ ਕੇ ਸਹੀ ਪਿਆਰੇ ਮੇਲਣਗੇ। ਜਿਨ੍ਹਾਂ ਦੇ ਮਿਲਿਆ ਸਾਨੂੰ ਨਾਮ ਚੇਤਾ ਆਏਗਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਦੇ ਅਧੀਨ ਗੁਰਦੁਆਰਾ ਸਾਹਿਬ ਵੱਲੋਂ ਗੁਰਮਤਿ ਸਮਾਗਮਾਂ ਦੀ ਲੜੀ ਦੇ ਵਿੱਚ ਅੱਜ ਗਿਆਨੀ ਜਗਦੇਵ ਸਿੰਘ ਜੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਛੋਟੇ ਸਾਹਿਬਜ਼ਾਦਿਆਂ ਦੇ ਗੁਰਦੁਆਰੇ ਵਿੱਚ ਐਜ ਏ ਪ੍ਰਚਾਰਕ ਗ੍ਰੰਥੀ ਸਿੰਘ ਸੇਵਾ ਨਿਭਾ ਰਹੇ ਹਨ। ਆਪ ਸੰਗਤਾਂ ਨੂੰ ਗੁਰਬਾਣੀ ਦੀ ਮਨੋਹਰ ਵਿਚਾਰ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ ਹੈ। ਸੋ ਗਿਆਨੀ ਜਗਦੇਵ ਸਿੰਘ ਹੁਣਾਂ ਦਾ ਸਮੁੱਚੀ ਕਮੇਟੀ ਵੱਲੋਂ, ਸਮੁੱਚੀ ਸੰਗਤ ਵੱਲੋਂ, ਪ੍ਰਧਾਨ ਸਾਹਿਬ ਸਰਦਾਰ ਅਮਰਜੀਤ ਸਿੰਘ